देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आपका बहुत बहुत शुक्रिया रंधावा जी। सारे नूं सत श्री अकाल जी। सियासत विच भी कई बारी अजीबो गरीब परिस्थितियां पैदा हो जांदियां। ਤੁਹਾਨੂੰ याद होना वो दृश्य जदों पंजाब के कांग्रेसी इकट्ठे होकर अपनी हाई कमांड ਨੂੰ मिले कि हरगिज आम आदमी पार्टी की मदद ना करो, सानू इन्हां ने टंग के रखिया। उदों कांग्रेस भी अड़ गई सीगी, लेकिन कल सिद्धांतक तौर पर जदों कांग्रेस हाई कमांड ने एक क्लीयर करता है कि वह आम आदमी पार्टी के स्टैंड के नाल जाणगे, ऑर्डीनेंस के मामले वो सरकार का विरोध करनगे, उस वेले प्रताप सिंह बाजवा का चुप हो जाना सुभाविक सी। पर की ਇਹਦੇ ਸੰਬੰਧੀ ਸਥਿਤੀ ਸਪਸ਼ਟ ਹੋਊਗੀ। ਹੁਣ ਕਾਂਗਰਸ ਪੰਜਾਬ ਦੇ ਵਿੱਚ ਕਿਹੜੀ ਲਾਈਨ ਅਖਤਿਆਰ ਕਰੂਗੀ? ਇਹ ਲੜਾਈ ਫ੍ਰੈਂਡਲੀ ਮੈਚ ਨਹੀਂ ਲੱਗਣ ਲੱਗੂਗੀ। ਔਰ ਇਹੀ ਲੜਾਈ ਜਿਹੜੀ ਬਹੁਤ ਤਿੱਖੀ ਕੀਤੀ ਜਾ ਰਹੀ ਸੀ ਪ੍ਰਤਾਪ ਸਿੰਘ ਬਾਜਵਾ ਵੱਲੋਂ, ਔਰ ਇੱਥੋਂ ਦੇ ਪ੍ਰਧਾਨ ਜਿਹੜੇ ਕਿ ਇਹਦਾ ਵੈਲਕਮ ਵੀ ਕਰ ਰਹੇ ਆ, ਉਹਨਾਂ ਲਈ ਹੁਣ ਰਾਹ ਕੀ ਹੋਊਗਾ? ਬੜੀ ਨਾਜ਼ੁਕ ਸਥਿਤੀ ਹੈ ਕਿ ਵਿਧਾਨ ਸਭਾ ਦੇ ਵਿੱਚ ਸੱਤਾ ਤੇ ਵਿਰੋਧੀ ਧਿਰ ਇਕੱਠੇ ਚੱਲਣਗੇ। ਕਿਆ ਨਜ਼ਾਰਾ ਪੇਸ਼ ਹੋਊਗਾ? ਤੇ ਫਿਰ ਵਿਰੋਧੀ ਧਿਰ ਕੌਣ ਹੋਊਗੀ? ਵੈਸੇ ਆਪਾਂ ਜਿਹੜੀ ਸੈਂਟਰਲ ਪੋਲਿਟਿਕਸ ਹੈ, ਨੈਸ਼ਨਲ ਪੋਲਿਟਿਕਸ ਹੈ, ਉਹਦੇ ਵਿੱਚ ਬਹੁਤ ਸਾਰੇ ਝੋਲ ਨੇ, ਉਹਦੇ ਤੇ ਜਾਂਦੇ ਆ। ਇੰਨੀਆਂ ਪਰਿਸਥਿਤੀਆਂ ਕਨਫਿਊਜ਼ਿੰਗ ਨੇ ਕਿ ਅਜੀਤ ਪਵਾਰ ਆਪਣੇ ਚਾਚੇ ਦੇ ਖਿਲਾਫ, ਸ਼ਰਦ ਪਵਾਰ ਦੇ ਖਿਲਾਫ ਜੰਗ ਦਾ ਐਲਾਨ ਕਰਕੇ ਤੇ ਚਾਚੇ ਕੋਲ ਹੀ ਚਲੇ ਜਾਂਦੇ ਨੇ। ਹੁਣ ਇਹਦੇ ਵਿੱਚ ਦੂਜਾ ਮਾਮਲਾ ਵੀ ਖੜਾ ਨਾਲ ਕਿ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਨੂੰ ਐਨਡੀਏ ਦੀ ਮੀਟਿੰਗ ਦੇ ਵਿੱਚ ਜਾਣਾ ਹੈ, ਹਾਲਾਂਕਿ ਅਜੇ ਤੱਕ ਕੋਈ ਰਸਮੀ ਚਿੱਠੀ ਬਾਹਰ ਨਹੀਂ ਆਈ, ਜਿਵੇਂ ਚਿਰਾਗ ਪਾਸਵਾਨ ਜਾਂ ਬਾਕੀਆਂ ਨੂੰ ਲਿਖੀ ਗਈ ਆ ਨੱਡਾ ਵੱਲੋਂ, ਬੀਜੇਪੀ ਦੇ ਕੌਮੀ ਪ੍ਰਧਾਨ ਵੱਲੋਂ, ਲੇਕਿਨ ਫਿਰ ਵੀ ਢੀਂਡਸਾ ਸਾਹਿਬ ਕਹਿ ਰਿਹਾ ਕਿ ਮੈਂ ਪੰਜਾਬ ਦੀ ਆਰਥਿਕਤਾ ਦੇ ਮੁੱਦੇ ਉਠਾਉਣ ਜਾ ਰਿਹਾ। ਦੂਜਾ ਸਵਾਲ, ਨਵਜੋਤ ਸਿੰਘ ਸਿੱਧੂ ਅਕਸਰ ਚੁੱਪ ਨਾ ਰਹਿਣ ਵਾਲਿਆਂ 'ਚ ਮੰਨੇ ਜਾਂਦੇ ਨੇ। ਉਹ ਜੇ ਸਿਆਸਤ ਵਿੱਚ ਨੇ ਤਾਂ ਹਾਜ਼ਰ ਨੇ, ਪਰ ਪਿਛਲੇ ਕਈ ਦਿਨਾਂ ਤੋਂ ਉਹ ਗੈਰ ਹਾਜ਼ਰ ਨੇ। ਹੁਣ ਜਦੋਂ ਅਸ਼ਮਨੀ ਸੇਖੜੀ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਕੈਂਪ ਦੇ ਹੀ ਨਹੀਂ, ਸਿੱਧੂ ਸਾਹਿਬ ਲਈ ਲੌਬਿੰਗ ਕਰ ਰਹੇ ਸੀਗੇ, ਸਿੱਧੂ ਦੇ ਜੇਲ੍ਹ 'ਚ ਆਉਣ ਤੋਂ ਬਾਹਰ ਆਉਣ ਤੋਂ ਪਹਿਲਾਂ ਉਹ ਪ੍ਰਬੰਧਕਾਂ 'ਚ ਸ਼ਾਮਲ ਸੀ ਨਵਤੇਜ ਸਿੰਘ ਚੀਮਾ ਦੇ ਨਾਲ, ਜਦੋਂ ਉਹ ਬੀਜੇਪੀ ਨਾਲ ਚਲੇ ਜਾਂਦੇ ਆ ਤਾਂ ਕੀ 24 ਦੇ ਕੈਂਡੀਡੇਟਸ ਬੀਜੇਪੀ ਦੇ ਪੰਜਾਬ ਵਿੱਚ ਉਹਨਾਂ 'ਚੋਂ ਕੋਈ ਇੱਕ ਕੈਂਡੀਡੇਟ ਨਵਜੋਤ ਸਿੰਘ ਸਿੱਧੂ ਦੇ ਰੂਪ 'ਚ ਵੀ ਹੋ ਸਕਦਾ? ਗੱਲਾਂ ਤਾਂ ਤੁਰਨ ਗਈਆਂ ਕਿ ਕੀ ਕੋਈ ਚੈਨਲ ਇਹਨਾਂ ਦੇ ਵਿੱਚ ਵੀ ਚੱਲ ਰਿਹਾ ਹੋਊਗਾ ਜਾਂ ਸੇਖੜੀ ਪੁਲ ਬਣ ਸਕਦੇ। ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਵੱਡੇ ਆਗੂਆਂ ਦੀ ਇੱਕ ਜੰਬੋ ਬਣਾ ਸਕਦੀ ਹੈ। ਸੋ ਆਖਰ ਦੇ ਵਿੱਚ ਚੱਲਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਜ਼ਰੀਏ ਤੋਂ, ਕੁਝ ਜਗ੍ਹਾ ਤੋਂ ਪਾਣੀ ਛੱਡੇ ਜਾਣ ਦੀਆਂ ਗੱਲਾਂ, ਔਰ ਅਗਲੇ ਦਿਨਾਂ ਦੇ ਵਿੱਚ ਮੀਂਹ ਦੇ ਅਲਰਟ ਨੂੰ ਲੈ ਕੇ ਉਹਨਾਂ ਸਾਰੇ ਮਾਮਲਿਆਂ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਜਦੋਂ ਆਪਾਂ ਸਿਚੁਏਸ਼ਨ ਨੂੰ ਨਿਹਾਰਦੇ ਹਾਂ, ਪ੍ਰਤਾਪ ਸਿੰਘ ਬਾਜਵਾ ਕੋਈ ਮੌਕਾ ਨਹੀਂ ਖੁੰਝਾਉਂਦੇ, ਉਹਨਾਂ ਨੂੰ ਖਬਰ ਕਿਤੇੋਂ ਵੀ ਮਿਲਦੀ ਆ, ਉਹਨਾਂ ਨੂੰ ਕੰਸੋਕ ਕਿਤੇੋਂ ਵੀ ਮਿਲਦੀ ਆ, ਤਾਂ ਉਹ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕਰਦੇ ਰਹੇ। ਔਰ ਜਿਵੇਂ ਉਹਨਾਂ ਨੇ ਹੁੱਬ ਕੇ ਕਿਹਾ ਸੀ ਵੀ ਅਸੀਂ ਆਪਣੀ ਹਾਈ ਕਮਾਂਡ ਨੂੰ ਕਹਿਤਾ ਇਹਨਾਂ ਦੀ ਮਦਦ ਆਰਡੀਨੈਂਸ ਦੇ ਮਾਮਲੇ 'ਚ ਬਿਲਕੁਲ ਨਹੀਂ ਕਰਨੀ, ਤੇ ਜਦੋਂ ਹੁਣ ਮਦਦ ਸਿਧਾਂਤਕ ਤੌਰ ਤੇ ਹੋ ਹੀ ਰਹੀ ਆ, ਔਰ ਅੱਜ ਜੇਕਰ ਇਹ ਸਾਰੇ ਇੱਕ ਸੇਮ ਪੇਜ ਤੇ ਨਜ਼ਰ ਆਉਣ ਹੀ ਵਾਲੇ ਆ, ਤੇ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਦੀ ਸਥਿਤੀ ਕਿਹੋ ਜਿਹੀ ਦੇਖ ਰਹੇ ਹੋ ਤੁਸੀਂ? ਰੰਧਾਵਾ ਸਾਹਿਬ, ਜਿਹੜਾ ਪ੍ਰਤਾਪ ਸਿੰਘ ਬਾਜਵਾ ਆਰਡੀਨੈਂਸ ਦੇ ਮਾਮਲੇ ਨੂੰ ਲੈ ਕੇ ਕਹਿ ਰਹੇ ਸੀਗੇ ਕਿ ਬਈ ਇਹਨਾਂ ਦੀ ਮਦਦ ਨਹੀਂ ਕਰਨੀ ਆਪਣੀ ਪਾਰਟੀ ਹਾਈ ਕਮਾਂਡ ਨੂੰ, ਮੈਨੂੰ ਨਹੀਂ ਲੱਗਦਾ ਕਿ ਉਹ ਇਹ ਜਾਣਦੇ ਨਹੀਂ ਸੀ ਕਿ ਪਾਰਟੀ ਹਾਈ ਕਮਾਂਡ ਨੇ ਮਦਦ ਤਾਂ ਕਰਨੀ ਹੀ ਪਏਗੀ, ਕਿਉਂਕਿ ਅਲਟੀਮੇਟਲੀ ਕਾਂਗਰਸ ਇਹ ਨਹੀਂ ਮੈਸੇਜ ਦੇਣਾ ਚਾਹੇਗੀ ਕਿ ਉਹ ਇਹੋ ਜਿਹੇ ਆਰਡੀਨੈਂਸਾਂ ਦੇ ਵੀ ਹੱਕ 'ਚ ਹੈ ਜਿਹੜਾ ਮਤਲਬ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਿਹਾ। ਕਿਤੇ ਬਹੁਤ ਸਾਰੀਆਂ ਸਰਕਾਰਾਂ ਉਹਨਾਂ ਦੇ ਵੀ ਤੋੜੀਆਂ ਜਾ ਰਹੀਆਂ ਨੇ, ਬਹੁਤ ਸਾਰੀਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦੇ ਇਸ਼ੂਜ਼ ਤਾਂ ਉਹਨਾਂ ਕੋਲ ਵੀ ਹੈ। ਤੇ ਦਿੱਲੀ ਦਾ ਮਾਮਲਾ ਕਿਉਂਕਿ ਕੁਝ ਅਲੱਗ ਹੈ। ਦਿੱਲੀ ਦਾ ਮਾਮਲਾ ਉਸ 'ਚ ਅੱਧੀ ਸਰਕਾਰ ਹੈ, ਅੱਧੀ ਸੈਂਟਰ ਕੋਲੇ, ਅੱਧੀ ਇਹਨਾਂ ਕੋਲੇ ਹੈ। ਫਿਰ ਵੀ ਕਿਉਂਕਿ ਉੱਥੇ ਜਦੋਂ ਇੱਕੋ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਨੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ, ਲੇਕਿਨ ਜਦੋਂ ਅੱਡ-ਅੱਡ ਹੁੰਦੀਆਂ ਨੇ ਫਿਰ ਦਿੱਕਤਾਂ ਆਉਂਦੀਆਂ ਨੇ, ਕਿਉਂਕਿ ਮੈਕਸਿਮਮ ਜਿਹੜੇ ਅਧਿਕਾਰ ਨੇ ਉਹ ਲੈਫਟੀਨੈਂਟ ਗਵਰਨਰ ਕੋਲੇ ਨੇ ਤੇ ਬਹੁਤ ਵਾਰੀ ਇਹ ਕਹਿ ਵੀ ਚੁੱਕੇ ਨੇ। ਪਰ ਪਿੱਛੇ ਜੇ ਜਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਨਹੀਂ, ਚੁਣੀ ਹੋਈ ਸਰਕਾਰ ਕੋਲੇ ਹੀ ਅਧਿਕਾਰ ਹੋਣੇ ਚਾਹੀਦੇ ਨੇ, ਤਾਂ ਕੇਂਦਰ ਸਰਕਾਰ ਨੇ ਫਿਰ ਇੱਕ ਆਰਡੀਨੈਂਸ ਪਾਸ ਕਰਕੇ ਅਧਿਕਾਰ ਇੱਕ ਤਰ੍ਹਾਂ ਦੇ ਆਪਣੇ ਕੋਲ ਹੀ ਰੱਖੇ ਨੇ। ਹੁਣ ਮਾਮਲਾ ਇਹ ਹੈ ਕਿ ਜੇ ਕਾਂਗਰਸ ਉੱਥੇ ਸਪੋਰਟ ਨਹੀਂ ਕਰਦੀ
ਤਾਂ ਕੀ ਕਾਂਗਰਸ ਨੇ ਵੀ ਇਹ ਮੰਨ ਲਿਆ ਕਿ ਉਹਨਾਂ ਨੇ ਤਾਂ ਕਦੀ ਉੱਥੇ ਆਣਾ ਨਹੀਂ ਦਿੱਲੀ 'ਚ, ਇਸ ਕਰਕੇ ਆਪਾਂ ਸਪੋਰਟ ਨਹੀਂ ਕਰ ਰਹੇ? ਕੁਝ ਫੈਸਲੇ ਪ੍ਰਿੰਸੀਪਲੀ ਲੈਣੇ ਜ਼ਰੂਰੀ ਹੁੰਦੇ ਨੇ ਵੱਡੇ ਕੈਨਵਸ ਤੇ। ਠੀਕ ਹੈ, ਬਾਜਵਾ ਸਾਹਿਬ ਦੀ ਆਪਣੀ ਗੱਲ ਠੀਕ ਹੈ ਕਿ ਉਹ ਇੱਥੇ ਪੀੜਿਤ ਨੇ ਸਟੇਟ ਦੇ ਵਿੱਚ, ਪਰ ਪੰਜਾਬ ਪੂਰਾ ਕੰਟਰੀ ਨਹੀਂ ਹੈ। ਪੰਜਾਬ ਇੱਕ ਸਟੇਟ ਹੈ, ਜਿੱਥੇ 29 ਸਟੇਟਾਂ ਹੋਰ ਨੇ ਉੱਥੇ ਪੰਜਾਬ ਵੀ ਇੱਕ ਸਟੇਟ ਹੈ। ਤਾਂ ਜਿਹੜੀ ਕਾਂਗਰਸ ਹਾਈ ਕਮਾਂਡ ਹੈ, ਮੈਨੂੰ ਲੱਗਦਾ ਕਿ ਉਹਨੂੰ ਤਾਂ ਪੂਰਾ ਕੰਟਰੀ ਨੂੰ ਦੇਖਣਾ ਪਊਗਾ। ਫਿਰ ਜਦੋਂ ਅਸੀਂ ਹੁਣ ਮੀਟਿੰਗ ਕਰ ਰਹੇ ਹਾਂ ਬੈਂਗਲੋਰ ਵਾਲੀ, ਉੱਥੇ ਸਾਰੇ ਜਿਹੜੇ ਡਿਸਕਸ਼ਨਸ ਹੋਣਗੀਆਂ, ਉੱਥੇ ਇਹ ਵੀ ਇਸ਼ੂ ਹੋਏਗਾ। ਬੇਸ਼ੱਕ ਇੱਕ ਇਸ਼ੂ ਹੋਏ, ਇਹ ਇਸ਼ੂ ਤਾਂ ਇਹ ਵੀ ਹੋਏਗਾ ਹੀ ਆਰਡੀਨੈਂਸ ਵਾਲਾ ਵੀ, ਆਪਾਂ ਨੇ ਕੀ ਰੂਪ ਰੇਖਾ ਅਖਤਿਆਰ ਕਰਨੀ ਹੈ। ਬਾਕੀ UCC ਵਾਲਾ ਮਾਮਲਾ ਇੱਕ ਅਲੱਗ ਤੌਰ ਤੇ ਹੈਗਾ, ਉੱਥੇ ਵੀ ਅਲੱਗ ਹੈ। ਦੇਖੋ ਉੱਥੇ ਵੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਸਟੈਂਡ ਤੇ ਕਾਂਗਰਸ ਦਾ ਸਟੈਂਡ ਮੈਚ ਨਹੀਂ ਕਰੇਗਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਦੂਜੇ ਨਾਲ ਮੈਚ ਨਹੀਂ ਕਰਦੀਆਂ, ਪਰ ਫਿਰ ਵੀ ਕਾਮਨ ਮਿਨੀਮਮ ਤੇ ਤਾਂ ਕੁਛ ਨਾ ਕੁਛ ਜਾਣਾ ਹੀ ਪਏਗਾ। ਇੱਥੇ ਬਾਜਵਾ ਦੀ ਜਿਹੜੀ ਸਟੈਂਡ ਲਿੱਤਾ ਹੈ, ਬਾਜਵਾ ਹੋਇਆ ਚਾਹੇ ਰਾਜਾ ਵੜਿੰਗ ਹੋਏ, ਉਹਨਾਂ ਨੇ ਵੀ ਕਿਹਾ ਸੀਗਾ ਉਹਨਾਂ ਦੀ ਸਥਿਤੀ ਬੜੀ ਔਖੀ ਹੋ ਜਾਣੀ ਹੈ, ਲੋਕਾਂ ਨੂੰ ਫੇਸ ਕਰਨਾ ਬਹੁਤ ਔਖਾ ਹੋ ਜਾਣਾ ਹੈ। ਇਹਦਾ ਮਤਲਬ ਜਿਹੜੀ ਕੱਲ ਉਹਨਾਂ ਨੇ ਚਲਾਈ ਹੈ ਇੱਕ ਤਰ੍ਹਾਂ ਦੀ, ਆਮ ਆਦਮੀ ਪਾਰਟੀ ਨੇ ਕੱਲ ਇੱਕ ਵਾਰੀ ਫਿਰ ਬਿਆਨ ਦਿੱਤਾ ਹੈ ਕਿ ਇਹ ਨਹੀਂ, ਤੁਸੀਂ ਸਪਸ਼ਟ ਤੌਰ ਤੇ ਦੱਸੋ ਕਿ ਤੁਸੀਂ ਉਹ ਕਰੋਗੇ। ਕਿਉਂਕਿ ਤੁਸੀਂ ਦੇਖਿਆ ਹੋਣਾ 2 ਦਿਨ ਪਹਿਲਾਂ ਜਿਹੜਾ ਖੜਗੇ ਸਾਹਿਬ ਦਾ ਬਿਆਨ ਸੀਗਾ, ਜਾਂ ਉਹਨਾਂ ਦੀ ਮੀਟਿੰਗ ਤੋਂ ਬਾਅਦ ਜਿਹੜਾ ਪਾਰਟੀ ਦਾ ਆਫੀਸ਼ੀਅਲ ਬਿਆਨ ਆਇਆ ਸੀ, ਉਹ ਇਹ ਸੀਗਾ ਕਿ ਅਸੀਂ ਚੁਣੀਆਂ ਹੋਈਆਂ ਸਰਕਾਰਾਂ ਦੀ ਹਮਾਇਤ ਕਰਦੇ ਹਾਂ ਤੇ ਉਹ ਗਵਰਨਰਾਂ ਦੀ ਨਹੀਂ। ਉੱਥੇ ਇਹ ਨਹੀਂ ਕਿਹਾ ਕਿ ਅਸੀਂ ਆਰਡੀਨੈਂਸ ਦੀ ਹਮਾਇਤ ਕਰਾਂਗੇ। ਸੋ ਥੋੜਾ ਜਿਹਾ ਉਹ ਵੀ ਵਿੱਚ ਵਾਲਾ ਰਸਤਾ ਕੋਈ ਅਖਤਿਆਰ ਕਰਨਾ ਚਾਹੁੰਦੇ ਸੀਗੇ, ਸ਼ਾਇਦ ਗੱਲ ਬਣ ਜੇ। ਪਰ ਜਿਹੜਾ ਆਮ ਆਦਮੀ ਪਾਰਟੀ ਨੇ ਕੱਲ ਇੱਕ ਵਾਰ ਫਿਰ ਸਟੈਂਡ ਲਿਆ, ਉਹ ਵੀ ਬਹੁਤ ਇੰਪੋਰਟੈਂਟ ਹੈ ਕਿ ਸਾਨੂੰ ਸਪੈਸੀਫਿਕ ਕਹੋ, ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਸਪੈਸੀਫਿਕ ਕਿਹਾ ਕਿ ਅਸੀਂ ਇਸ ਆਰਡੀਨੈਂਸ ਦਾ ਰਾਜ ਸਭਾ ਦੇ ਵਿੱਚ ਵਿਰੋਧ ਕਰਾਂਗੇ। ਇਹਦਾ ਮਤਲਬ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਡਿਕਟੇਟਰਾਨਾ ਮਤਲਬ ਉਹਦੇ ਵਿੱਚ ਹੈ। ਮੈਨੂੰ ਲੱਗਦਾ ਕਿ ਇਹ ਜਿਹੜੇ ਕੀ ਨਾਮ ਹੈ ਬਿਆਨ ਹੁੰਦੇ ਨੇ, ਜਾਂ ਇਹ ਜਿਹੜਾ ਸਟੈਂਡ ਹੁੰਦਾ ਹੈ, ਉਹ ਕਈ ਵਾਰ ਫਿਰ ਆਪੋਜੀਸ਼ਨ ਦਾ ਜਿਹੜਾ ਇਕਜੁੱਟ ਹੋਣਾ ਹੈ ਉਹਦੇ ਵਿੱਚ ਸੇਂਧਮਾਰੀ ਵੀ ਹੁੰਦੀ ਹੈ। ਮੈਨੂੰ ਲੱਗਦਾ ਕਿ ਇਹ ਬਿਆਨ ਜਾਣ ਬੁੱਝ ਕੇ ਵੀ ਦਿੱਤਾ ਗਿਆ। ਕਾਂਗਰਸ ਨੇ ਆਪਣੇ ਆਪ ਵਿੱਚ ਕੱਲ ਸਥਿਤੀ ਸਪਸ਼ਟ ਕੀਤੀ ਹੈ ਕਿ ਇੰਜ ਨਾ ਲੱਗੇ ਕਿ ਕਾਂਗਰਸ ਨਹੀਂ ਚਾਹੁੰਦੀ ਜਾਂ ਉਹ ਅੜਿੱਕਾ ਬਣਦੀ ਹੈ। ਲੇਕਿਨ ਦੂਜੇ ਪਾਸੇ ਇਹ ਵੀ ਬੜੀ ਅਹਿਮ ਸਥਿਤੀ ਹੈ ਕਿ ਆਮ ਆਦਮੀ ਪਾਰਟੀ ਜਦੋਂ UCC ਦੇ ਉੱਤੇ ਸਿਧਾਂਤਕ ਤੌਰ ਤੇ BJP ਦੇ ਸਟੈਂਡ ਦੇ ਨਾਲ ਖੜੀ ਹੈ, ਉਹਨਾਂ ਕੋਲ ਵੀ ਇੱਕੋ ਹੀ ਰਸਤਾ ਬਚਦਾ ਹੈ ਕਿ ਇੰਜ ਨਾ ਲੱਗੇ ਕਿ ਉਹ ਭਾਜਪਾ ਦੀ B ਟੀਮ ਆ। ਉਹਨਾਂ ਨੇ ਸ਼ਰਤਾਂ ਸਖਤ ਕਰਤੀਆਂ। ਕੱਲ ਨੂੰ ਜੇਕਰ ਉਹ ਕਿਸੇ ਤੀਜੇ ਫਰੰਟ 'ਚ ਜਾਣਾ ਚਾਹਣ, ਉਹਨਾਂ ਕੋਲ ਬਹਾਨਾ ਤੇ ਹੋਣਾ ਚਾਹੀਦਾ ਕਿ ਅਸੀਂ ਤੇ BJP ਦੇ ਖਿਲਾਫ ਲੜਨਾ ਚਾਹੁੰਦੇ ਸੀ, ਪਰ ਸਾਹਮਣੇ ਪਾਸੇ ਕਾਂਗਰਸ ਨੇ ਸਾਨੂੰ ਕੋਈ ਸਾਥ ਨਹੀਂ ਦਿੱਤਾ। ਹੁਣ ਸਵਾਲ ਇੱਥੇ ਬਹੁਤ ਵੱਡਾ ਹੈ ਕਿ ਜਦੋਂ ਆਰਡੀਨੈਂਸ ਦੇ ਮਾਮਲੇ 'ਚ ਕਾਂਗਰਸ ਇਹ ਕਹਿੰਦੀ ਕਿ ਅਸੀਂ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਨਹੀਂ ਗਏ, ਤਾਂ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਵੀ ਜਦੋਂ ਕਿਧਰੇ ਜ਼ਰੂਰਤ ਪੈਂਦੀ ਹੈ ਪੰਜਾਬ ਦੇ ਵਿੱਚ, ਉਹ ਸਭ ਤੋਂ ਪਹਿਲਾਂ ਗਵਰਨਰ ਕੋਲ ਪਹੁੰਚਦੇ ਚਿੱਠੀਆਂ ਦੇ ਰੂਪ 'ਚ ਵਫਦ ਲੈ ਕੇ। ਸੋ ਉਹ ਜਿਹੜੀ ਤਾਕਤ, ਜਿਸ ਤਾਕਤ ਦੇ ਖਿਲਾਫ ਉਹ ਖਲੋਣਾ ਚਾਹੁੰਦੇ ਆ ਭਾਸਕਰ ਸਾਹਿਬ ਉੱਤੇ, ਉਸ ਤਾਕਤ ਨੂੰ ਇੱਥੇ ਉਹ ਵਰਤਣਾ ਚਾਹੁੰਦੇ ਹੁੰਦੇ ਆ। ਗਵਰਨਰ ਸਾਹਿਬ ਨੂੰ ਬਾਰ-ਬਾਰ ਮਿਲਣਾ, ਬਾਰ-ਬਾਰ ਹਰ ਮੁੱਦੇ ਦੇ ਉੱਤੇ ਦਖਲ ਦੇਣ ਲਈ ਕਹਿਣਾ, ਔਰ ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਸਥਿਤੀਆਂ ਬੜੀਆਂ ਖਰਾਬ ਨੇ। ਹਰ ਕੋਈ ਆਪਣੀ ਪੋਲੀਟੀਕਲ ਪਿਚ ਜਿਹੜੀ ਆ ਉਹ ਤਾਂ ਕਾਇਮ ਰੱਖਣਾ ਚਾਹੁੰਦਾ, ਬੈਟਿੰਗ ਰੱਖਣਾ ਚਾਹੁੰਦਾ, ਆਪਣੇ ਕੋਲੇ ਖੇਡਣਾ ਚਾਹੁੰਦਾ ਹੈ, ਪਰ ਉਹ ਨਾਲ ਦੀ ਨਾਲ ਤਰੀਕਾ ਵੀ ਕੱਢ ਕੇ ਰੱਖਦਾ ਹੈ। ਮੈਂ ਭਾਸਕਰ ਸਾਹਿਬ ਇਹਦੇ ਵਿੱਚ ਜ਼ਰੂਰ ਸਮਝਣਾ ਚਾਹੂੰਗਾ ਕਿ ਇਸ ਵੇਲੇ ਜਿਹੜੀ ਸਥਿਤੀ ਬਣ ਰਹੀ ਆ ਉਹਦੇ ਵਿੱਚ ਪੰਜਾਬ ਦੇ ਕਾਂਗਰਸੀਆਂ ਲਈ ਕਿਵੇਂ ਉਹ ਮੂੰਹ ਦਿਖਾਉਣਗੇ, ਬੜਾ ਔਖਾ ਸਵਾਲ। ਅਸੀਂ ਗੱਲ ਕਰ ਰਹੇ ਹਾਂ ਦਿੱਤੇ ਹੋਏ ਬਿਆਨਾਂ ਦੀ, ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਔਰ ਪੰਜਾਬ ਦੇ तमाम ਉਹ ਲੀਡਰਾਂ ਨੇ ਖਾਸ ਕਰਕੇ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਇਸ ਕਰਕੇ ਨਾ ਕੀਤੀ ਜਾਏ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਸਾਡੇ ਕਾਂਗਰਸੀ ਪੂਰਵ ਮੰਤਰੀਆਂ ਦੇ ਖਿਲਾਫ ਪਈ ਹੋਈ ਹੈ ਔਰ ਵਿਜੀਲੈਂਸ ਬਿਊਰੋ ਨੂੰ ਸਾਡੇ ਨਾਲ ਪੋਲੀਟੀਕਲ ਬੰਦਤਾ ਕਰ ਰਹੀ ਹੈ। ਇੱਦਾਂ ਦਾ ਹੀ ਬਿਆਨ ਅਜੇ ਮਾਕਨ ਨੂੰ ਉਹਨਾਂ ਨੇ ਦਿੱਲੀ ਤੋਂ ਵੀ ਦਿੱਤਾ ਸੀਗਾ, ਔਰ ਜਦ ਇਹ ਬਿਆਨ ਚੱਲ ਰਹੇ ਸੀ ਤਦ ਵੀ ਇਹ ਗੱਲ ਪਾਕ ਸਾਫ਼ ਸੀਗੀ ਕਿ ਅਲਟੀਮੇਟਲੀ ਕਾਂਗਰਸ ਨੂੰ ਇਹ ਸਟੈਂਡ ਲੈਣਾ ਪੈਣਾ ਹੈ ਕਿਉਂਕਿ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਜੇ BJP ਦੇ ਨਾਲ ਯਾਨੀ ਆਰਡੀਨੈਂਸ ਨੂੰ ਅਗਰ ਸਪੋਰਟ ਕਰਦੀ ਹੈ ਕਾਂਗਰਸ, ਤੇ ਕਿਸੇ ਨਾ ਕਿਸੇ ਜਗ੍ਹਾ ਉਹ ਲੋਕਤੰਤਰ ਦੀ ਹੱਤਿਆ ਵਾਲੀ ਗੱਲ ਜਾਂ ਫਿਰ ਗਵਰਨਰ ਦਾ ਬਹੁਤ ਜ਼ਿਆਦਾ ਇੰਟਰਫੇਰੈਂਸ ਇਲੈਕਟਿਡ ਸਰਕਾਰਾਂ ਦੇ ਵਿੱਚ, ਉਹ ਸਾਰੀ ਗੱਲਾਂ ਦੇ ਉੱਤੇ ਕਾਂਗਰਸ ਦਾ ਸਟੈਂਡ ਤੇ ਇਹੀ ਹੋਣਾ ਸੀ। ਹੁਣ ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਕੀ ਸੀ? ਜੂਨ 23 ਦੀ ਮੀਟਿੰਗ ਵਿੱਚ ਕਿਹਾ ਸਪਸ਼ਟ ਕਰੋ, ਕਾਂਗਰਸ ਸਪਸ਼ਟ ਕਰੇ ਆਪਣਾ ਸਟੈਂਡ।
ਫਿਰ ਪਰਸੋਂ ਕਾਂਗਰਸ ਨੇ ਮੀਟਿੰਗ ਕਰਕੇ ਇਹ ਗੱਲ ਸਪਸ਼ਟ ਕਰਤੀ ਸੀ, ਜਿੱਦਾਂ ਕਹਿੰਦੇ ਨਾ ਕਿ ਮੈਂ ਨਹੀਂ ਸੁਣਿਆ, ਜ਼ੋਰ ਦੀ ਬੋਲੋ। ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਬਿਹੇਵ ਕੀਤਾ ਤੇ ਕੱਲ ਫਿਰ ਜ਼ੋਰ ਦੀ ਕਾਂਗਰਸ ਨੇ ਕਿਹਾ ਕਿ ਨਹੀਂ, ਆਰਡੀਨੈਂਸ ਦੇ ਮੁੱਦੇ ਦੇ ਉੱਤੇ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਤੇ ਨਹੀਂ ਦੇਵਾਂਗੇ, ਪਰ ਆਰਡੀਨੈਂਸ ਦਾ ਵਿਰੋਧ ਕਰਾਂਗੇ, ਇਹ ਗੱਲ ਕਹੀ ਹੈ। ਉਸ ਤੋਂ ਬਾਅਦ ਸ਼ਾਮ ਨੂੰ ਪੀਏਸੀ ਦੀ ਮੀਟਿੰਗ ਦੇ ਵਿੱਚ ਇਹ ਡਿਸੀਜਨ ਹੋ ਗਿਆ ਕਿ ਅੱਜ ਦੇ ਡਿਨਰ ਦੇ ਵਿੱਚ ਤੇ ਕੱਲ ਦੀ ਮੀਟਿੰਗ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਔਰ ਹੋਰ ਕਈ ਪਾਰਟੀਆਂ ਐਦਾਂ ਦੀ ਸਿਚੁਏਸ਼ਨ ਸੇਮ। ਤੁਸੀਂ ਇਹ ਦੇਖੋ ਕਿ ਵੈਸਟ ਬੰਗਾਲ ਦੇ ਵਿੱਚ ਵੀ ਹੈ, ਉੱਥੇ ਕਾਂਗਰਸ ਦੇ ਜਿਹੜੇ ਲੀਡਰ ਨੇ ਅਧੀਰ ਰੰਜਨ ਚੌਧਰੀ, ਉਹ ਮਮਤਾ ਬੈਨਰਜੀ ਉਹਨਾਂ ਦਾ ਪੁਰਜ਼ੋਰ ਵਿਰੋਧ ਕਰ ਰਹੇ ਨੇ ਔਰ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਅਲਾਈਅੰਸ ਮਮਤਾ ਬੈਨਰਜੀ ਦੇ ਨਾਲ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦਾ। ਕਈ ਵਾਰ ਇਹ ਸਟ੍ਰੈਟਜੀ ਵੀ ਹੁੰਦੀ ਹੈ ਕਿ ਸਟੇਟ ਦੀ ਤਰਫੋਂ ਆਵਾਜ਼ ਕੋਈ ਹੋਰ ਆਏ ਔਰ ਕੇਂਦਰ ਦੀ ਤਰਫੋਂ ਇੰਪੋਰਟੈਂਸ ਵੀ ਤਾਂ ਬਣਾਉਣੀ ਹੁੰਦੀ ਹੈ ਨਾ ਕੇਂਦਰ ਦੀ ਲੀਡਰਸ਼ਿਪ ਨੇ, ਕਿ ਅਸੀਂ ਦੇਖੋ ਆਪਣੇ ਲੀਡਰਾਂ ਨੂੰ ਦਰਕਿਨਾਰੇ ਤੇ ਖਰਕੀ, ਕਿਉਂਕਿ ਇਹ ਸਟ੍ਰੈਟਜੀ ਦਾ ਪਾਰਟ ਸੀਗਾ। ਤੁਹਾਨੂੰ ਯਾਦ ਹੋਏਗਾ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੇ ਮੁੱਦੇ ਦੇ ਉੱਤੇ 1 ਜੂਨ ਨੂੰ ਜਦ ਬਰਜਿੰਦਰ ਸਿੰਘ ਹਮਦਰਦ ਦੀ ਸਪੋਰਟ ਲੈਣ ਵਾਸਤੇ ਪ੍ਰਤਾਪ ਸਿੰਘ ਬਾਜਵਾ ਜਲੰਧਰ ਆਏ ਸੀ ਤੇ ਇਹਦੇ ਵਾਸਤੇ ਉਹਨਾਂ ਨੇ ਇਜਾਜ਼ਤ ਮੰਗੀ ਸੀ ਦਿੱਲੀ ਤੋਂ ਕਿ ਮੈਂ ਜਾਵਾਂ ਕਿ ਨਾ ਜਾਵਾਂ, ਸਾਨੂੰ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਪਏਗਾ। ਉਸ ਮੁੱਦੇ ਤੇ ਇਜਾਜ਼ਤ ਤੇ ਮਿਲ ਗਈ ਸੀ। ਇਹ ਸਾਰੀ ਇੱਕ ਪੋਲੀਟੀਕਲ ਸਟ੍ਰੈਟਜੀ ਹੁੰਦੀ ਹੈ, ਕਦੋਂ ਕਿਹਨੂੰ ਥੱਲੇ ਲਾਣਾ ਤੇ ਕਦੋਂ ਅਸੀਂ ਉੱਤੇ ਚੜਨਾ। ਜਿਸ ਤਰ੍ਹਾਂ ਮੈਂ ਪਹਿਲੇ ਵੀ ਗੱਲ ਕਹਿ ਕੇ ਹਟਿਆ, ਦੁਬਾਰਾ ਰਿਪੀਟ ਕਰ ਰਿਹਾ, ਜ਼ੋਰ ਦੀ ਬੋਲੋ, ਮੈਂ ਨਹੀਂ ਸੁਣਿਆ, ਇਹ ਵਾਲੀ ਸਟ੍ਰੈਟਜੀ ਅਪਣਾਈ ਸੀਗੀ ਆਮ ਆਦਮੀ ਪਾਰਟੀ। ਕੱਲ ਢੀਂਡਸਾ ਸਾਹਿਬ ਵੀ ਇੱਕ ਬਿਆਨ ਦੇ ਰਹੇ ਨੇ ਔਰ ਉਹ ਲਗਭਗ ਪ੍ਰਮੁਖਤਾ ਨਾਲ ਉਹ ਛਾਇਆ ਵੀ ਹੋਇਆ ਹਰ ਜਗ੍ਹਾ ਤੇ ਕਿ ਐਨਡੀਏ ਦੀ ਮੀਟਿੰਗ ਦੇ ਵਿੱਚ ਮੈਂ ਪੰਜਾਬ ਦੇ ਮੁੱਦੇ ਪੁਖਤਗੀ ਨਾਲ ਉਠਾਊਂਗਾ ਔਰ ਉਹ ਆਰਥਿਕ ਮੁਹਾਜ਼ ਤੇ ਵੀ ਉਹਨਾਂ ਨੂੰ ਕਹਿਣਾ ਚਾਹੁੰਦੇ ਪੰਜਾਬ ਦੀ ਮਦਦ ਕਰੋ। ਪਰ ਜਿਸ ਤਰੀਕੇ ਨਾਲ ਵਿਧੀਵਤ ਸੱਦਾ ਪੱਤਰ ਮਿਲੇ ਨੇ ਪਾਰਟੀਆਂ ਨੂੰ, ਢੀਂਡਸਾ ਸਾਹਿਬ ਨੂੰ ਮਿਲਿਆ ਸੱਦਾ ਪੱਤਰ ਜੇ ਜਨਤਕ ਨਹੀਂ ਹੋਇਆ, ਸੋ ਇਹ ਢੀਂਡਸਾ ਸਾਹਿਬ ਵਿਅਕਤੀਗਤ ਤੌਰ ਤੇ ਉੱਥੇ ਜਾਣਗੇ ਜਾਂ ਉਹਨਾਂ ਨੂੰ ਬਤੌਰ ਪ੍ਰੈਜ਼ੀਡੈਂਟ ਅਕਾਲੀ ਦਲ ਸੰਯੁਕਤ ਬੁਲਾਇਆ ਗਿਆ। ਇਹ ਅਜੇ ਕਾਫੀ ਚੀਜ਼ਾਂ ਕਲੀਅਰ ਹੋਣ ਵਾਲੀਆਂ, ਧੁੰਦਲਕਾ ਜਿਹਾ ਬਣਿਆ ਹੋਇਆ। ਇੰਦਰਪ੍ਰੀਤ ਜੀ ਇੱਥੇ ਵੀ ਥੋੜੀ ਜਿਹੀ ਗੱਲ ਕਰ ਦਿਓ। ਨਹੀਂ, ਮੈਨੂੰ ਲੱਗਦਾ ਕਿ ਉਹਨਾਂ ਨੂੰ ਬਕਾਇਦਾ ਸੱਦਾ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਖੁਦ ਹੀ ਉਸ ਦਿਨ ਆਪਣੇ ਬਿਆਨ 'ਚ ਕਿਹਾ ਕਿ ਭੁਪਿੰਦਰ ਯਾਦਵ ਜਿਹੜੇ ਇਹ ਸਾਰਿਆਂ ਨੂੰ ਆਰਗੇਨਾਈਜ਼ ਕਰ ਰਹੇ, ਸੈਂਟਰ ਮਿਨਿਸਟਰ ਵੀ ਨੇ, ਉਹ ਸਾਰੇ ਬੰਦਿਆਂ ਨੂੰ ਕਾਲ ਕਰ ਰਹੇ ਆ ਤੇ ਉਹਨਾਂ ਨੂੰ ਵੀ ਕਾਲ ਕੀਤਾ। ਉਹ ਤੇ ਨਾਲ ਜਸਟਿਸ ਜਿਹੜੇ ਨਿਰਮਲ ਸਿੰਘ ਹੈਗੇ ਆ, ਉਹ ਦੋਨੋਂ ਜਾਣਗੇ। ਇਹਦਾ ਮਤਲਬ ਅਗਰ ਉਹ ਇੰਡੀਵਿਜੂਅਲੀ ਤੌਰ ਤੇ ਜਾਂਦੇ ਤਾਂ ਫਿਰ ਉਹ ਇਕੱਲੇ ਹੀ ਜਾਂਦੇ, ਫਿਰ ਜਸਟਿਸ ਨਿਰਮਲ ਸਿੰਘ ਨੇ ਨਹੀਂ ਜਾਣਾ ਸੀ। ਜੇ ਜਸਟਿਸ ਨਿਰਮਲ ਸਿੰਘ ਜਾ ਰਹੇ ਨੇ, ਇਟ ਮੀਨਸ ਕਿ ਉਹ ਪਾਰਟੀ ਦੇ ਤੌਰ ਤੇ ਹੀ ਸ਼ਾਮਲ ਹੋਣਗੇ। ਦੂਜੀ ਗੱਲ ਜਿਹੜੀ ਸੀਗੀ ਉਹ ਹੈ, ਦੇਖੋ ਕੱਲ ਦੋ ਮੀਟਿੰਗਾਂ ਹੀ ਨੇ ਅੱਜ, ਉਧਰੋਂ ਵਿਰੋਧੀਆਂ ਦੀ ਵੀ ਅੱਜ ਹੀ ਹੈ, ਇਧਰੋਂ ਐਨਡੀਏ ਦੀ ਵੀ ਅੱਜ ਹੀ ਹੈ। ਤੇ ਦੂਜੀ ਗੱਲ ਜਿਹੜੀ ਸੀਗੀ ਐਨਡੀਏ ਦੀ ਕੱਲ 18 ਨੂੰ ਹੈ, ਇਹਨਾਂ ਦੀ 2 ਦਿਨਾਂ ਦੀ ਇਹ ਅੱਜ ਤੋਂ ਸ਼ੁਰੂ ਹੋ ਜਾਣੀ ਹੈ, ਯੂਪੀਏ ਜਾਂ ਸੇਮ ਇਹਨਾਂ ਦੀ ਅੱਜ ਸ਼ੁਰੂ ਹੋ ਜਾਣੀ ਹੈ। ਤੇ ਕੱਲ ਪੀਕ ਤੇ ਕੱਲ ਕੋਈ ਇੱਥੋਂ ਏਜੰਡਾ ਬੇਸਡ ਕੋਈ ਗੱਲ, ਮਤਲਬ 2 ਦਿਨ ਦਾ ਮੰਥਨ ਹੋਊਗਾ ਤੇ ਕੱਲ ਕੋਈ ਸਿਧਾਂਤਕ ਜਿਹਾ ਸਾਂਝਾ ਬਿਆਨ ਹੋਊਗਾ। ਮੇਰੇ ਖਿਆਲ ਕੱਲ ਅਹਿਮ ਰਹਿਣ ਵਾਲਾ ਤੇ ਅੱਜ ਸ਼ੁਰੂਆਤ ਹੋ ਜਾਊਗੀ, ਲੇਕਿਨ ਸੰਕੇਤ ਅੱਜ ਹੀ ਹੋ ਜਾਣਗੇ ਕਿ ਇਹ ਜਿਹੜੀ ਵਿਰੋਧੀ ਦਲਾਂ ਦੀ ਅਹਿਮ ਹੈਗੀ ਆ ਸ਼ੁਰੂਆਤ, ਇਹਦੇ ਵਿੱਚ ਕੌਣ ਮਿਸਿੰਗ ਆ ਜੀ। ਦੂਜੀ ਗੱਲ ਜਿਹੜੀ ਕੱਲ ਐਨਡੀਏ ਦੀ ਮੀਟਿੰਗ ਹੈ, ਐਨਡੀਏ ਦੀ ਮੀਟਿੰਗ 'ਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਜਾਣਾ ਆਪਾਂ ਕੱਲ ਵੀ ਡਿਸਕਸ ਕੀਤਾ ਸੀ, ਬੜਾ ਇੰਪੋਰਟੈਂਟ ਹੈ। ਉਹ ਇਸ ਲਿਹਾਜ਼ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਸੇ ਸਮੇਂ ਪਾਰਟ ਸੀ ਐਨਡੀਏ ਦਾ, ਉਹ ਅੱਜ ਨਹੀਂ ਹੈ। ਤਾਂ ਉਹ ਇੱਕ ਤਰ੍ਹਾਂ ਦੀ ਸਿੱਖਾਂ ਦੀ ਨੁਮਾਇੰਦਗੀ ਕੌਣ ਕਰੇਗਾ? ਦੇਖੋ, ਬੀਜੇਪੀ ਦੇ ਉੱਤੇ ਮਾਈਨੋਰਟੀਜ਼ ਨੂੰ ਤੰਗ ਕਰਨ ਦਾ ਹਮੇਸ਼ਾ ਤੋਂ ਹੀ ਦੋਸ਼ ਲੱਗਦਾ ਰਹਿੰਦਾ। ਇਸ ਕਰਕੇ ਉਹ ਚਾਹੁੰਦੇ ਨੇ ਵੀ ਇੱਕ ਮਿਨੋਰਟੀ ਤਾਂ ਘੱਟੋ ਘੱਟ ਉਹਨਾਂ ਨਾਲ ਖੜੀ ਦਿਖੇ, ਕਿਉਂਕਿ ਨਾ ਤਾਂ ਮੁਸਲਿਮ ਉਹਨਾਂ ਨਾਲ ਖੜਦੇ ਤੇ ਨਾ ਈਸਾਈ ਉਹਨਾਂ ਨਾਲ ਖੜਦੇ ਆ। ਫਿਰ ਦੂਜੀ ਵੱਡੀ ਜਿਹੜੀ ਮਿਨੋਰਟੀ ਹੈ, ਤੀਜੀ ਮਿਨੋਰਟੀ, ਉਹ ਸਿੱਖ ਹੀ ਰਹਿ ਜਾਂਦੇ ਆ। ਇਸ ਕਰਕੇ ਉਹਨਾਂ ਦੀ ਬੜੀ ਕੋਸ਼ਿਸ਼, ਔਰ ਅਕਾਲੀ ਦਲ ਦੇ ਜਾਣ ਤੋਂ ਬਾਅਦ ਇੱਕ ਇਹ ਵੀ ਮੈਸੇਜ ਜਾ ਰਿਹਾ ਵੀ ਇਹ ਵੀ ਇੱਕ ਮਿਨੋਰਟੀ ਜਿਹੜੀ ਬੀਜੇਪੀ ਦੇ ਨਾਲ ਸੀ, ਇਹ ਵੀ ਹੁਣ ਨਹੀਂ ਰਹੀ। ਸੋ ਭਾਜਪਾ ਇਹ ਵੀ ਮੈਸੇਜ ਦੇਣਾ ਚਾਹੇਗੀ ਕਿ ਨਹੀਂ, ਉਹਨਾਂ ਦੇ ਨਾਲ ਸਿੱਖਾਂ ਦੀ ਮਿਨੋਰਟੀ ਜਿਹੜੀ ਸਿੱਖ ਮਿਨੋਰਟੀ ਹੈ ਉਹ ਹੈ, ਚਾਹੇ ਉਹ ਕਿਸੇ ਹੋਰ ਗਰੁੱਪ ਰਾਹੀਂ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਰਾਹੀਂ ਹੈਗੀ ਹੈ। ਸੋ ਉਹਦੇ ਵਿੱਚ ਹੁਣ ਇਹ ਹੈ ਕਿ ਇਸ਼ੂਜ਼ ਕੀ ਉਠਾਏ ਜਾਣ। ਸ਼੍ਰੋਮਣੀ ਅਕਾਲੀ ਦਲ ਕੱਲ ਤੋਂ ਯੂਸੀਸੀ ਦੇ ਖਿਲਾਫ ਆਪਣਾ ਬਿਆਨ ਦੇ ਚੁੱਕਿਆ, ਉਹਨਾਂ ਨੇ ਲੈਟਰ ਵੀ ਲਿਖਤੀ ਹੈ ਉਹਨਾਂ ਨੂੰ। ਹੁਣ ਜਿਹੜਾ ਸੰਯੁਕਤ ਅਕਾਲੀ ਦਲ ਹੈ, ਇਹ ਕੀ ਬਿਆਨ ਲਏਗਾ? ਇਹ ਵੀ ਕੀ ਉਹਦਾ ਨਾਲ ਰਹੇਗਾ? ਇਹਨਾਂ ਨੂੰ ਵੀ ਉਹਦਾ ਵਿਰੋਧ ਤਾਂ ਕਰਨਾ ਹੀ ਪੈਣਾ, ਅਦਰਵਾਈਜ਼ ਪੰਜਾਬ ਦੇ ਵਿੱਚ ਪੋਲਿਟਿਕਸ ਕਰਨੀ ਬੜੀ ਔਖੀ ਜਾਣੀ ਹੈ ਢੀਂਡਸਾ ਸਾਹਿਬ ਵਾਸਤੇ। ਇਸ ਕਰਕੇ ਉਹਨਾਂ ਨੂੰ ਉਹ ਤਾਂ ਬਿਆਨ ਦੇਣਾ ਹੀ ਪੈਣਾ। ਪਰ ਨਾਲ ਦੀ ਨਾਲ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਪੈਰਲਰ ਲਾਈਨ ਵੀ ਖਿੱਚੀ ਹੋਈ ਹੈ ਕਿ ਜੀ ਉਹ ਬੰਦੀ ਸਿੱਖਾਂ ਦਾ ਮਾਮਲਾ ਵੀ ਕੱਲ ਜ਼ੋਰ ਦਾ ਢੰਗ ਨਾਲ ਉਠਾਉਣਗੇ, ਪਲੱਸ
ਉਹ ਜਿਹੜੀ ਪੰਜਾਬ ਲਈ ਆਰਥਿਕ ਉਹ ਵਾਲਾ ਬਹੁਤ ਜ਼ੋਰਦਾਰ ਢੰਗ ਨਾਲ ਉਠਾਉਣਗੇ। ਸੋ ਇਦਾਂ ਇੱਕ ਮੈਸੇਜ ਦੇ ਕੇ ਕਿ ਉਹ ਪੰਜਾਬ ਦੇ ਹਿੱਤਾਂ ਦਾ ਖਿਆਲ ਰੱਖ ਰਹੇ ਨੇ, ਸ਼ਾਇਦ ਬੀਜੇਪੀ ਉੱਥੇ ਉਹਨਾਂ ਨੂੰ ਸਪੋਰਟ ਵੀ ਕਰੇ। ਉਹ ਸਪੋਰਟ ਕਰਨੀ ਜ਼ਰੂਰੀ ਇਸ ਲਈ ਵੀ ਹੋਊਗੀ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਕੇ ਇੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਗਰੁੱਪ ਨਾਲ ਆ ਜਾਣ ਤੇ ਇਹ ਗਰੁੱਪ ਵੱਡਾ ਹੋ ਜਾਏ, ਉਹ ਗਰੁੱਪ ਛੋਟਾ ਹੋ ਜਾਏ, ਤਾਂ ਕਿ ਸਾਨੂੰ 2024 ਤੇ ਉਸ ਤੋਂ ਬਾਅਦ 2027 ਇਹ ਜਿਹੜਾ ਇੱਕ ਸਾਡਾ ਜਿਹੜਾ ਪਿੰਡ ਹੈ ਉਹ ਸੁਖਾਲਾ ਹੋ ਜਾਏ। ਬੀਜੇਪੀ ਦਾ ਯਤਨ ਰਹੂਗਾ ਕਿ ਉਹ ਸਿੱਖ ਚਿਹਰਿਆਂ ਨੂੰ ਕਿਸੇ ਦਲ ਨਾਲੋਂ ਜ਼ਿਆਦਾ ਸਿੱਖ ਚਿਹਰਿਆਂ ਨੂੰ ਨਾਲ ਤੋਰੇ ਇੱਕ ਅਕਾਲੀ ਦਲ ਦੇ ਬੈਨਰ ਥੱਲੇ। ਭਾਸਕਰ ਸਾਹਿਬ, ਇਹ ਕਾਫੀ ਦਿਲਚਸਪ ਰਿਹਾ ਕਿ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਚਾਹੁੰਦੀ ਸੀ ਕਿ ਟੀਡੀਪੀ, ਤੇਲਗੂ ਦੇਸਮ ਪਾਰਟੀ ਔਰ ਅਕਾਲੀ ਦਲ ਨੂੰ ਨਾਲ ਲੈ ਕੇ ਤੁਰੇ। ਮੁੱਢਲੇ ਦੌਰ ਦੀਆਂ ਗੱਲਾਂ ਬਾਤਾਂ ਹੋਈਆਂ ਵੀ, ਪਰ ਬੀਜੇਪੀ ਸੀਟਾਂ ਦੀ ਵੰਡ ਨੂੰ ਲੈ ਕੇ ਰਿਜਿਡ ਸੀਗੀ ਔਰ ਉਹ ਆਪਣਾ ਰੋਲ ਵੱਡਾ ਕਰਨਾ ਚਾਹੁੰਦੀ ਸੀ। ਲੇਕਿਨ ਇਹਨਾਂ ਦੋਵਾਂ ਪਾਰਟੀਆਂ ਨੂੰ ਪਤਾ ਕਿ ਜਿੱਥੇ ਜਿੱਥੇ ਬੀਜੇਪੀ ਨੇ ਰੋਲ ਵੱਡਾ ਕੀਤਾ ਤੇ ਇਲੈਕਸ਼ਨ ਤੋਂ ਬਾਅਦ ਸੀਟਾਂ ਦੀ ਜਿਹੜੀ ਵੰਡ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਦਾ ਰੋਲ ਛੋਟਾ ਹੋ ਜਾਣਾ। ਖੇਤਰੀ ਪਾਰਟੀਆਂ ਨੂੰ ਇਸ ਗੱਲ ਦਾ ਸ਼ਾਇਦ ਅੰਦਾਜ਼ਾ ਸੀ। ਅਕਾਲੀ ਦਲ ਵੀ ਸ਼ੁਰੂਆਤੀ ਹਾਂ ਤੋਂ ਬਾਅਦ ਨਾ ਤੇ ਆ ਗਿਆ ਔਰ ਉਹਨਾਂ ਕੋਲ ਦੂਜਾ ਕੋਈ ਰਸਤਾ ਬਚਿਆ ਨਹੀਂ। ਇਸ ਕਰਕੇ ਇੰਜ ਲੱਗ ਰਿਹਾ ਕਿ ਜਿਵੇਂ ਇਹ ਜਿਹੜੀਆਂ ਮੀਟਿੰਗਸ ਆ ਇਹਨਾਂ ਦੇ ਵਿੱਚ ਖੇਤਰਵਾਦ ਨੂੰ ਬਹੁਤੀ ਜ਼ਿਆਦਾ ਜੇ ਜਗ੍ਹਾ ਨਹੀਂ ਮਿਲਦੀ ਤਾਂ ਭਾਜਪਾ ਨੂੰ ਥੋੜਾ ਮੁਸ਼ਕਲ ਹੋਣ ਵਾਲੀ ਹੈ। ਪਰ ਉਹ ਛੋਟੇ ਤੋਂ ਛੋਟੇ ਨਿੱਕੇ ਤੋਂ ਨਿੱਕੇ ਦਲ ਨੂੰ ਵੀ ਨਾਲ ਤੋਰ ਰਹੇ ਨੇ। ਕੱਲ ਮੈਂ ਦੇਖਿਆ ਅਮਿਤ ਸ਼ਾਹ ਦੇ ਨਾਲ ਕੁਝ ਹੋਰ ਪਾਰਟੀਆਂ ਦੇ ਲੋਕ ਵੀ ਮਿਲ ਰਹੇ ਸੀਗੇ। ਸੋ ਇਹ ਮਾਮਲੇ ਕਾਫੀ ਅਹਿਮ ਨੇ। ਭਾਸਕਰ ਸਾਹਿਬ, ਇੱਕ ਛੋਟਾ ਜਿਹਾ ਇੱਥੇ ਟਿੱਪਣੀ ਦੋ, ਫਿਰ ਅੱਗੇ ਚੱਲਦੇ ਹਾਂ। ਗਿਣਤੀ ਬੜੀ ਮਾਇਨੇ ਰੱਖਦੀ ਹੈ। ਹੁਣ ਐਨਡੀਏ ਦੀ ਮੀਟਿੰਗ ਵੀ ਕੱਲ 18 ਤਰੀਕ ਨੂੰ ਹੈਗੀ ਹੈ ਤੇ ਉੱਥੇ ਯੂਪੀਏ ਤੇ ਨਹੀਂ ਕਵਾਂਗੇ ਹਜੇ, ਕਿਉਂਕਿ ਹਜੇ ਨਾਮਕਰਨ ਕਰਨਾ ਹੈ। ਉਹ ਆਪੋਜੀਸ਼ਨ ਯੂਨਿਟੀ ਵਾਲੀ ਗੱਲ ਉੱਥੇ ਚੱਲ ਰਹੀ ਹੈ। ਉੱਥੇ ਗੱਲ ਚੱਲ ਰਹੀ ਹੈ 28 ਪਾਰਟੀਆਂ ਦੀ, ਯਾਨੀ 24 ਪਾਰਟੀਆਂ ਨੂੰ ਸੱਦਾ ਦਿੱਤਾ ਸੀ। ਹੋ ਸਕਦਾ 4 ਕੋ ਹੋਰ ਵੱਧ ਜਾਣ ਤੇ 28 ਹੋ ਜਾਣ। ਇੱਥੇ ਵੀ ਜਿਹੜੀ ਛੋਟੀ ਪਾਰਟੀਆਂ ਦੀ ਗੱਲ ਕਰ ਰਹੇ ਹੋ, ਕੱਲ ਅਮਿਤ ਸ਼ਾਹ ਉਹਨਾਂ ਦੇ ਨਾਲ 2 ਫੋਟੋ ਨਸ਼ਰ ਹੁੰਦੀ ਹੈ। ਇੱਕ ਹੁੰਦੀ ਹੈ ਜਿਹੜੇ ਓਮ ਪ੍ਰਕਾਸ਼ ਰਾਜਪਰ, ਉਹਨਾਂ ਦੀ ਇੱਕ ਛੋਟੀ ਜਿਹੀ ਪਾਰਟੀ ਹੈ ਯੂਪੀ ਦੇ ਵਿੱਚ। ਕਦੀ ਯੂਪੀ ਦੇ ਵਿੱਚ ਉਹ ਮੰਤਰੀ ਵੀ ਹੁੰਦੇ ਸੀਗੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ ਵਿੱਚ। ਉਹਨਾਂ ਨੇ ਕੱਲ ਐਨਡੀਏ ਜੁਆਇਨ ਕਰਨ ਦਾ ਫੈਸਲਾ ਲਿੱਤਾ ਔਰ ਉਹਨੂੰ ਇੰਨੀ ਕੁ ਤਵੱਜੋ ਦਿੱਤੀ। ਇੱਥੋਂ ਜਦ ਅਸ਼ਵਨੀ ਸ਼ੇਖਰੀ ਉਹਨਾਂ ਜੁਆਇਨ ਕਰਦੇ ਨੇ, ਉਹਨਾਂ ਦੀ ਵੀ ਫੋਟੋ ਅਮਿਤ ਸ਼ਾਹ ਉਹਨਾਂ ਦੇ ਨਾਲ ਨਸ਼ਰ ਹੁੰਦੀ ਹੈ। ਹੁਣ ਅਸ਼ਵਨੀ ਸ਼ੇਖਰੀ ਉਹਨਾਂ ਪੰਜਾਬ ਦੇ ਵਿੱਚ ਕਿੰਨਾ ਕੁ ਕੱਦ ਰੱਖਦੇ ਨੇ ਔਰ ਜਦ ਉਹਨਾਂ ਦੀ ਫੋਟੋ ਅਮਿਤ ਸ਼ਾਹ ਉਹਨਾਂ ਦੇ ਨਾਲ ਨਸ਼ਰ ਹੁੰਦੀ ਹੈ ਤੇ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਦੇ ਤੌਰ ਤੇ ਬੀਜੇਪੀ ਵੀ ਅਸ਼ਵਨੀ ਸ਼ੇਖਰੀ ਦੀ ਜੁਆਇਨਿੰਗ ਨੂੰ ਦਿਖਾ ਰਹੇ ਨੇ। ਤੁਸੀਂ ਇੱਕ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਅਸ਼ਵਨੀ ਸ਼ੇਖਰੀ ਉਹਨਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬੜੇ ਖਾਸ ਮੰਨੇ ਜਾਂਦੇ ਸੀਗੇ ਔਰ ਜੇਲ੍ਹ ਦੇ ਅੰਦਰ ਜੇਲ੍ਹ ਦੇ ਬਾਹਰ ਜਦ ਵੀ ਕੋਈ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੈਲਕਮ ਹੁੰਦਾ ਸੀ, ਨਵਤੇਜ ਸਿੰਘ ਚੀਮਾ ਤੇ ਅਸ਼ਵਨੀ ਸ਼ੇਖਰੀ ਇਹ ਉੱਥੇ ਹਮੇਸ਼ਾ ਚੇਚੇ ਤੌਰ ਤੇ ਪਹੁੰਚਦੇ ਸੀ। ਔਰ ਇੱਥੇ ਤੱਕ ਕਿ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਦੇ ਵਿੱਚ ਕਿਸੇ ਵੀ ਐਕਟੀਵਿਟੀ ਦੇ ਬਾਰੇ 'ਚ ਕੁਝ ਵੀ ਜਾਣਨਾ ਹੁੰਦਾ ਸੀਗਾ ਤਾਂ ਇਹਨਾਂ ਦੋਨਾਂ ਲੀਡਰਾਂ ਨੂੰ ਹੀ ਫੋਨ ਕਰਨਾ ਪੈਂਦਾ ਸੀਗਾ ਵੀ ਕੀ ਦੱਸੋ ਪ੍ਰਿਯੰਕਾ ਗਾਂਧੀ ਦੀ ਕੋਈ ਚਿੱਠੀ ਆਈ ਕਿ ਨਹੀਂ ਆਈ। ਹੁਣ ਉਹ ਜੁਆਇਨ ਕਰ ਗਏ ਨੇ ਬੀਜੇਪੀ। ਇਸ ਤੋਂ ਬਾਅਦ ਤੁਸੀਂ ਇਹ ਦੇਖੋ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਅਲਾਈਅੰਸ ਦੀ ਗੱਲਾਂ ਸਿਖਰ ਤੇ ਸੀ, ਅਚਾਨਕ ਹੀ ਥੰਮ ਗਈ ਗੱਲਾਂ ਦੋਨੋਂ ਪਾਸੋਂ। ਅਕਾਲੀ ਦਲ ਨੇ ਵੀ ਮਨਾ ਕਰਤਾ, ਬੀਜੇਪੀ ਨੇ ਵੀ ਮਨਾ ਕਰਤਾ। ਕਿਤੇ ਇਹ ਤੇ ਨਹੀਂ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਬੀਜੇਪੀ ਦੇ ਵਿੱਚ ਵਾਪਸੀ ਹੋ ਰਹੀ ਹੈ। ਜਦ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬੀਜੇਪੀ ਛੱਡੀ ਸੀ, ਉਹਨਾਂ ਦੀ ਮੇਨ ਸ਼ਰਤ ਇਹੀ ਸੀਗੀ ਕਿ ਅਕਾਲੀ ਦਲ ਦੇ ਨਾਲ ਉਹਨਾਂ ਦਾ ਅਲਾਈਅੰਸ ਟੁੱਟੇ ਔਰ ਇਹ ਅਲਾਈਅੰਸ ਜਦ ਦੁਬਾਰਾ ਬਣਨ ਲੱਗਿਆ ਸੀ ਤੇ ਅਚਾਨਕ ਹੀ ਉਹ ਬਿਲਕੁਲ ਥੰਮ ਗਈ ਔਰ ਉਸ ਤੋਂ ਬਾਅਦ ਅਸ਼ਵਨੀ ਸ਼ੇਖਰੀ ਉਹਨਾਂ ਦੀ ਬੀਜੇਪੀ ਦੇ ਵਿੱਚ ਐਂਟਰੀ ਔਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਚੁੱਪੀ ਧਾਰਨਾ। ਇਹ ਸਾਰੀ ਗੱਲਾਂ ਇੰਡੀਕੇਟ ਕਰਦੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਵਾਪਸ ਚਲੇ ਜਾਣ। ਹੁਣ ਜਦ ਅਸੀਂ ਇਹ ਗੱਲ ਪੋਲੀਟੀਕਲ ਸਰਕਲ ਦੇ ਵਿੱਚ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਤਾਂ ਪਹਿਲਾ ਬਿਆਨ ਜਦ ਉਹ ਮੋਦੀ ਉਹਨਾਂ ਨੂੰ ਤਾਨਾਸ਼ਾਹ ਕਹਿੰਦੇ ਨੇ ਔਰ ਰਾਹੁਲ ਗਾਂਧੀ ਉਹਨਾਂ ਨੂੰ ਕ੍ਰਾਂਤੀ ਕਹਿੰਦੇ ਨੇ। ਹੁਣ ਇਹਨਾਂ ਸਾਰੀ ਗੱਲਾਂ ਦੇ ਵਿੱਚ ਕਈ ਵਾਰ ਪੋਲੀਟੀਕਲ ਐਕਸਪਰਟਸ ਇਹ ਵੀ ਗੱਲ ਕਹਿੰਦੇ ਨੇ ਕਿ ਦੇਖੋ ਜੀ ਇਹਨੇ ਬਿਆਨ ਜ਼ਬਰਦਸਤ ਦਿੱਤੇ ਮੋਦੀ ਸਾਹਿਬ ਦੇ ਖਿਲਾਫ, ਤਾਂ ਹੁਣ ਬੀਜੇਪੀ ਦੇ ਵਿੱਚ ਐਂਟਰੀ ਕਿੱਦਾਂ ਹੋ ਸਕਦੀ ਹੈ। ਰੰਧਾਵਾ ਜੀ, ਪੋਲੀਟਿਕਸ ਦੇ ਵਿੱਚ ਕਿਸੇ ਵੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਕਦੋਂ ਵੀ ਕਿਸੇ ਦੇ ਨਾਲ ਵੀ ਜੁੜ ਸਕਦਾ ਹੈ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਬੀਜੇਪੀ ਦੇ ਵਿੱਚ ਵਾਪਸੀ ਹੋ ਸਕਦੀ ਹੈ। ਇਹ ਇੰਡੀਕੇਸ਼ਨ ਆ ਰਹੇ ਨੇ। ਕੱਲ ਸੁਨੀਲ ਜਾਖੜ ਹੋਣਾ ਲੁਧਿਆਣੇ ਦੇ ਵਿੱਚ ਸੀਗੇ। ਲੁਧਿਆਣੇ ਦੇ ਵਿੱਚ ਉਹਨਾਂ ਦੀ ਆਪਣੇ ਬੀਜੇਪੀ ਲੀਡਰਾਂ ਤੋਂ ਮਿਲਣ ਤੋਂ ਬਾਅਦ ਅਲੱਗ ਨਾਲ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਪਰਮਿੰਦਰ ਬਰਾੜ ਹੋਰ ਜਿਹੜੇ ਬੀਜੇਪੀ ਦੇ ਵਿੱਚ ਗਏ ਹੋਏ ਲੀਡਰ ਉਹਨਾਂ ਦੇ ਨਾਲ ਇਕੱਲੇ ਕਿਸੇ ਜਗ੍ਹਾ ਚਲੇ ਜਾਂਦੇ ਨੇ। ਖਬਰਾਂ ਤੇ ਇੱਥੇ ਤੱਕ ਵੀ ਆਈਆਂ ਕਿ ਉਹਨਾਂ ਦੀ ਕੁਝ ਵੱਡੇ ਕਾਂਗਰਸੀ, ਹਾਲਾਂਕਿ ਵੱਡੇ
ਹੁਣ ਇੰਨੇ ਵੱਡੇ ਨਾਂ ਵੀ ਰਹੇ ਹੋਣ, ਪੂਰਵ ਮੰਤਰੀ ਵੀ ਰਹਿ ਚੁੱਕੇ, ਐਮਐਲਏ ਵੀ ਰਹਿ ਕੇ ਕਾਂਗਰਸੀਆਂ ਨਾਲ ਇੱਕ ਸੀਕ੍ਰੇਟ ਮੀਟਿੰਗ ਹੋਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸ਼ਵਨੀ ਸ਼ੇਖਰੀ ਤੋਂ ਲੈ ਕੇ ਜੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀ ਚਰਚਾਵਾਂ ਬੀਜੇਪੀ ਦੇ ਵਿੱਚ ਵਾਪਸ ਦੀ ਚੱਲ ਪੈਣ ਤੇ ਕੋਈ ਹਰਜ ਨਹੀਂ। ਔਰ ਇਹਦੇ ਵਿੱਚ ਲੱਗਦਾ ਹੈ ਕਿ ਇਹ ਗੱਲਾਂ ਅੱਗੇ ਚੱਲ ਕੇ ਇਸ ਵੱਲ ਤੁਰਨਗੇ। ਇੰਦਰਪ੍ਰੀਤ ਜੀ, ਜਦੋਂ ਭਾਸਕਰ ਸਾਹਿਬ ਇਹ ਗੱਲ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਵਾਲੀ, ਤੇ ਨਵਜੋਤ ਸਿੰਘ ਸਿੱਧੂ ਜਦੋਂ ਬੀਜੇਪੀ ਨਾਲ ਉਲਝਦੇ ਨੇ, ਜਦੋਂ ਨਵਜੋਤ ਸਿੰਘ ਸਿੱਧੂ ਬੀਜੇਪੀ ਤੋਂ ਵੱਖਰੇ ਹੁੰਦੇ ਨੇ, ਉਸ ਤੋਂ ਪਹਿਲਾਂ ਉਹ ਅਕਾਲੀ ਦਲ ਨਾਲ ਵੱਡਾ ਆਡਾ ਲਾ ਕੇ ਬਹਿ ਗਏ ਸੀ। ਤੁਹਾਨੂੰ ਯਾਦ ਹੋਣਾ ਕਿ ਉਹ ਬਿਕਰਮ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਨਾਲ ਸਿੱਧੇ ਟਕਰਾਅ 'ਚ ਸੀਗੇ, ਔਰ ਹੁਣ ਉਹ ਟਕਰਾਅ ਲਗਭਗ ਜਲੰਧਰ ਦੇ ਵਿੱਚ ਮੁੱਕ ਵੀ ਗਿਆ। ਇੱਕ ਪਹਿਲੂ ਉਹ ਵੀ ਹੈ। ਦੂਜੇ ਬੰਨੇ ਜਦੋਂ ਭਾਸਕਰ ਸਾਹਿਬ ਕਹਿ ਰਹੇ ਨੇ ਕਿ ਹੁਣ ਅਕਾਲੀ ਦਲ ਦੀ ਬੀਜੇਪੀ ਨਾਲ ਸਾਂਝ ਨਹੀਂ ਰਹੀ ਤੇ ਸਿੱਧੂ ਸਾਹਿਬ ਨੂੰ ਉਧਰ ਜਾਣਾ ਕੋਈ ਮੁਸ਼ਕਲ ਨਹੀਂ ਹੈ, ਪਰ ਮੈਨੂੰ ਲੱਗਦਾ ਹੁਣ ਤੇ ਉਹਨਾਂ ਦਾ ਅਕਾਲੀਆਂ ਨਾਲ ਵੀ ਤੁਰਨਾ ਕੋਈ ਮੁਸ਼ਕਲ ਨਹੀਂ ਰਿਹਾ, ਕਿਉਂਕਿ ਦੋਸਤੀਆਂ ਪੈ ਗਈਆਂ। ਭਾਵੇਂ ਇਹਦੇ ਨਾਲ ਸਿੱਧੂ ਦੀ ਆਪਣੀ ਜਿਹੜੀ ਛਵੀ ਹੈ, ਇਮੇਜ ਹੈ, ਉਹ ਦਾਗਦਾਰ ਹੋਈ ਹੈ ਕਿ ਇਹ ਫਿਰ ਲੜਾਈ ਕਾਹਦੀ ਸੀ ਜੇ ਇੱਕ ਪਲ 'ਚ ਮੁੱਕ ਗਈ। ਲੋਕਾਂ ਨੂੰ ਤੁਸੀਂ ਮੂਰਖ ਬਣਾਉਂਦੇ ਰਹੇ ਹੋ, ਇੱਕ ਦੂਜੇ ਤੇ ਤੁਸੀਂ ਏਡੇ ਏਡੇ ਵੱਡੇ ਇਲਜ਼ਾਮ ਲਾ ਕੇ ਰਾਜਨੀਤੀ ਪੂਰੀ ਤਰ੍ਹਾਂ ਇੱਧਰ ਨੂੰ ਲੈ ਗਏ। ਤੁਸੀਂ ਵਿਧਾਨ ਸਭਾ ਜੰਗ ਦਾ ਅਖਾੜਾ ਬਣਾਤੀ, ਤੇ ਜੇ ਮਾਮਲਾ ਈਗੋ ਦਾ ਹੀ ਸੀ ਤੇ ਇੱਕ ਸੈਕਿੰਡ 'ਚ ਹੀ ਖਤਮ ਹੋ ਜਾਣਾ ਸੀ, ਤੇ ਫਿਰ ਤੁਹਾਡੇ ਕਿਰਦਾਰ ਕੀ ਹੋਏ? ਸੋ ਇਹ ਸਵਾਲ ਤਾਂ ਉੱਠਦਾ ਹੈ। ਸ਼ਾਇਦ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਜ਼ਿਆਦਾ ਸਾਹਮਣੇ ਆਏ ਵੀ ਨਹੀਂ। ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਵੀ ਉਹਨਾਂ ਨੇ ਜਿਹੜੀ ਧਰਾਤਲ ਤੇ ਉਹਨਾਂ ਦੀ ਪੋਲਿਟਿਕਸ ਖੜੀ ਹੈ, ਉਸ ਧਰਾਤਲ ਨੂੰ ਉਹਨਾਂ ਨੇ ਆਪੇ ਢਾ ਲਿਆ। ਹੁਣ ਦੂਜਾ ਮਾਮਲਾ ਇਹਦੇ ਵਿੱਚ ਬੜਾ ਅਹਿਮ ਆ। ਸਿੱਧੂ ਕਹਿੰਦੇ ਮੈਂ ਪੰਜਾਬ ਦੇ ਵਿੱਚ ਪੋਲਿਟਿਕਸ ਕਰਨੀ। ਉਹ ਬੀਜੇਪੀ ਨੂੰ ਛੱਡ ਕੇ ਆਉਂਦੇ ਆ ਕਿ ਮੈਂ ਨਹੀਂ ਰਾਜ ਸਭਾ 'ਚ ਜਾਣਾ, ਮੈਂ ਨਹੀਂ ਹਰਿਆਣੇ ਤੋਂ ਕਿਤੇ ਲੜਨੀ, ਮੈਂ ਨਹੀਂ ਦਿੱਲੀੋਂ ਲੜਨੀ, ਮੈਨੂੰ ਤੁਸੀਂ ਅੰਮ੍ਰਿਤਸਰ ਦੀ ਸੀਟ ਨਹੀਂ ਦਿੱਤੀ ਤੇ ਮੈਂ ਅਕਾਲੀਆਂ ਨੇ ਜੇਤਲੀ ਸਾਹਿਬ ਨੂੰ ਸੀਟ ਦਵਾਤੀ ਹੈ ਤੇ ਠੀਕ ਹੈ, ਮੈਂ ਹੁਣ ਤੁਹਾਡੇ ਨਾਲ ਨਹੀਂ। ਉਹਨਾਂ ਨੂੰ ਰਾਜ ਸਭਾ 'ਚ ਲਿਜਾਇਆ ਗਿਆ, ਉਹਨਾਂ ਰਾਜ ਸਭਾ ਛੱਡੀ। ਉਹ ਕਹਿੰਦੇ ਪੰਜਾਬ ਦੀ ਕਾਸਟ ਉੱਤੇ ਕੁਝ ਨਹੀਂ। ਇਹ ਸਾਰੇ ਸੀਨ ਦੇ ਵਿੱਚ ਤੁਸੀਂ ਇੱਕ ਇੱਕ ਕਰਕੇ ਚਿੱਤਰ ਜੋੜ ਲਓ ਤੇ ਨਟਸ਼ਲ ਇਹ ਬਣਦਾ ਕਿ ਸਿੱਧੂ ਪੰਜਾਬ ਦੀ ਪੋਲਿਟਿਕਸ ਵਿੱਚ ਮੇਨ ਚਿਹਰਾ ਰਹਿਣਾ ਚਾਹੁੰਦੇ ਆ। ਕਾਂਗਰਸ 'ਚ ਵੀ ਉਹਨਾਂ ਦੀ ਸਾਰੀ ਲੜਾਈ ਸੀ ਕਿ ਕਮਾਂਡ ਮੈਨੂੰ ਦਿਓ, ਏਜੰਡਾ ਮੇਰਾ ਲਾਗੂ ਕਰੋ। ਫਿਰ ਦੇਖੋ ਪੰਜਾਬ ਦੀ ਨੁਹਾਰ ਕਿਵੇਂ ਬਦਲਦੀ ਹੈ। ਕਿ ਜਦੋਂ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਦੇ ਰੂਪ 'ਚ ਆਪਣਾ ਚਿਹਰਾ ਫਾਈਨਲ ਕਰ ਚੁੱਕੀ ਹੈ, ਨਵਜੋਤ ਸਿੰਘ ਸਿੱਧੂ ਫਿਰ ਸੈਕੰਡ ਇਨ ਕਮਾਂਡ ਆਉਣ ਲਈ ਤਿਆਰ ਹੋਣਗੇ। ਹੁਣ ਇਸ ਵੇਲੇ ਸਥਿਤੀ ਇਸ ਨਜ਼ਰੀਏ ਤੋਂ ਬੜੀ ਨਾਜ਼ੁਕ ਹੈ ਕਿ ਜੇ ਸਿੱਧੂ ਸਾਹਿਬ ਆਉਣਾ ਵੀ ਚਾਹਣ ਤੇ ਉਹ ਮੈਜ ਮੈਂਬਰ ਪਾਰਲੀਮੈਂਟ ਬਣਨ ਦੀ ਖਾਤਰ, ਇੱਕ ਇਲੈਕਸ਼ਨ ਲੜਨ ਦੀ ਖਾਤਰ ਆਉਣਾ ਚਾਹਣਗੇ। ਫਿਰ ਉਹਨਾਂ ਦਾ ਪੰਜਾਬ ਦੇ ਲੋਕਾਂ ਵਿੱਚ ਜਿਹੜਾ ਬਚਿਆ ਖੁਚਿਆ ਕੋਈ ਇਮਾਨਦਾਰ ਪੋਲਿਟਿਕਸ ਕਰਨ ਵਾਲੇ ਬੰਦੇ ਦਾ ਅਕਸਾ, ਫਿਰ ਉਹ ਕਿੱਥੇ ਬਚੂਗਾ? ਸੋ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਸਥਿਤੀਆਂ ਇੰਨੀਆਂ ਪਚੀਦਗੀ ਵਾਲੀਆਂ ਬਣਾ ਲਈਆਂ ਨੇ, ਇੰਨੀਆਂ ਕੰਪਲੈਕਸ ਕਰ ਲਈਆਂ ਨੇ। ਉਹਨਾਂ ਦੇ ਬਾਰ-ਬਾਰ ਬਿਆਨ ਬਦਲਣ ਤੋਂ ਬਾਅਦ, ਸਟੈਂਡ ਬਦਲਣ ਤੋਂ ਬਾਅਦ, ਪਾਰਟੀਆਂ ਬਦਲਣ ਤੋਂ ਬਾਅਦ ਮੈਨੂੰ ਲੱਗਦਾ ਹੁਣ ਕੁਝ ਵੀ ਕਰਨਗੇ ਉਹਨਾਂ ਨੂੰ ਯਕੀਨ ਦਿਵਾਉਣਾ ਪਊਗਾ ਲੋਕਾਂ ਨੂੰ ਕਿ ਨਹੀਂ, ਪਹਿਲੀਆਂ ਪਰਿਸਥਿਤੀਆਂ ਇਹ ਸੀ, ਇਸ ਕਰਕੇ ਮੈਂ ਏਦਾਂ ਬਦਲਦਾ ਰਿਹਾ। ਸੋ ਔਖਾ ਹੈ ਕਾਫੀ। ਕੀ ਕਹਿੰਦੇ ਰੰਧਾਵਾ ਸਾਹਿਬ, ਕਿੰਨੀਆਂ ਪਰਿਸਥਿਤੀਆਂ ਬਾਰੇ ਉਹ ਕਹਿਣਗੇ ਕਿ ਪਹਿਲਾਂ ਪਰਿਸਥਿਤੀਆਂ ਏਦਾਂ ਸੀ, ਫਿਰ ਏਦਾਂ ਹੋ ਗਈਆਂ। ਫਿਰ ਮੈਂ ਜੇ ਤੁਹਾਨੂੰ ਯਾਦ ਕਰਾਵਾਂ, 2009 ਦਾ ਜਿਹੜਾ ਇਲੈਕਸ਼ਨ ਉਹਨਾਂ ਨੇ ਜਿੱਤਿਆ ਸੀਗਾ, ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤਾਜ ਹੋਟਲ 'ਚ ਚੰਡੀਗੜ੍ਹ, ਤੇ ਮੈਂ ਉਹ ਪ੍ਰੈਸ ਕਾਨਫਰੰਸ ਅਟੈਂਡ ਵੀ ਕੀਤੀ ਹੈ। ਮੈਂ ਇਸ ਕਰਕੇ ਮੈਂ ਯਾਦ ਕਰਾ ਰਿਹਾ ਕਿ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ 'ਚ ਰੱਜ ਕੇ ਬਿਕਰਮ ਮਜੀਠੀਆ ਹੋਰਾਂ ਦੀ ਤਾਰੀਫ ਕੀਤੀ। ਪਤਾ ਨਹੀਂ ਵਿਸ਼ੇਸ਼ਣ ਕੀ ਵਰਤੇ, ਮੈਂ ਇੱਥੇ ਨਹੀਂ ਦੱਸ ਸਕਦਾ, ਪਰ ਜਿੰਨੀ ਕੁ ਤਾਰੀਫ ਉਹਨਾਂ ਨੇ ਕੀਤੀ, ਔਰ ਆਪਣੀ ਪਾਰਟੀ ਜਿਹੜੀ ਉਹਨਾਂ ਦੀ ਆਪਣੀ ਬੀਜੇਪੀ ਸੀ, ਉਹਦਾ ਉਹਨਾਂ ਨੇ ਚੰਗੀ ਤਰ੍ਹਾਂ ਮਤਲਬ ਆਲੋਚਨਾ ਕੀਤੀ ਵੀ ਉਹਨਾਂ ਨੇ ਮੈਨੂੰ ਹਰਾਉਣ 'ਚ ਕੋਈ ਕਸਰ ਨਹੀਂ ਛੱਡੀ, ਪਰ ਬਿਕਰਮ ਮਜੀਠੀਆ ਨੇ ਮੈਨੂੰ ਜਿਤਾਇਆ ਤੇ ਮੈਂ ਉਸ ਦਾ ਸਾਰੀ ਉਮਰ ਦੇਣਦਾਰ ਰਹੂੰਗਾ। ਇਹ ਉਹਨਾਂ ਦੇ ਅਲਫਾਜ਼ ਸੀ ਜਦੋਂ 2009 ਵਾਲਾ ਆਇਆ। ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਪ੍ਰਤੀ ਕੀ ਅਲਫਾਜ਼ ਰਹੇ ਨੇ, ਫਿਰ ਉਹ ਮੈਂ ਉਸ 'ਚ ਨਹੀਂ ਜਾਣਾ ਦਿੰਦਾ। ਫਿਰ ਅਸੀਂ ਆਈਏ ਜਦੋਂ ਬੀਜੇਪੀ ਦੇ ਤੌਰ ਤੇ ਹੀ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਰੱਜ ਕੇ ਗਾਲਾਂ ਕੱਢੀਆਂ, ਚਾਹੇ ਉਹ ਸੋਨੀਆ ਗਾਂਧੀ ਨੂੰ ਮਤਲਬ ਕਿਹਾ, ਚਾਹੇ ਡਾਕਟਰ ਮਨਮੋਹਨ ਸਿੰਘ ਨੂੰ ਕਿਹਾ, ਚਾਹੇ ਰਾਹੁਲ ਗਾਂਧੀ ਹੋਰਾਂ ਨੂੰ ਕਿਹਾ। ਫਿਰ ਯੂ ਟਰਨ ਮਾਰ ਕੇ ਫਿਰ ਉਸੇ ਕਾਂਗਰਸ ਦੇ ਵਿੱਚ ਆ ਗਏ ਤੇ ਸਾਰੀਆਂ ਹੀ ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਤਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਇਹੀ ਮੇਰੇ ਉਹ ਨੇ, ਆਪਣੇ ਨੇ, ਬਸ ਇਹੀ ਮੇਰੇ ਨੇਤਾ ਨੇ। ਉਹਨਾਂ ਨੇ ਆਪਣਾ ਜਿਹੜਾ ਤੁਸੀਂ ਦੇਖਣਾ ਟਵਿੱਟਰ ਹੈਂਡਲ, ਫੋਟੋ ਵੀ ਉਹਨਾਂ ਦੀਆਂ ਛਾਪੀਆਂ, ਸਾਰਾ ਕੁਝ ਉਹਨਾਂ ਨੇ ਲਗਾਇਆ। ਹੁਣ ਗੱਲਾਂ ਦੁਬਾਰਾ ਚੱਲ ਪਈਆਂ ਕਿ ਉਹਨਾਂ ਦੇ ਵਾਪਸ ਬੀਜੇਪੀ 'ਚ ਜਾਣ ਦੀਆਂ ਉਹ ਹੈਗੀਆਂ ਸੰਭਾਵਨਾ, ਕਿਉਂਕਿ ਉਹਨਾਂ ਦੀ ਟੀਮ ਦੇ ਜਿਹੜੇ ਮੈਂਬਰ ਨੇ ਉਹ ਇੱਕ ਇੱਕ ਕਰਕੇ ਜਿਹੜੇ ਹੈਗੇ ਆ ਬੀਜੇਪੀ ਦਾ ਦਾਮਨ ਥੰਮੀ ਜਾ ਰਹੇ। ਮੈਨੂੰ ਲੱਗਦਾ ਕਿ ਜਿੱਥੇ ਤੱਕ ਗੱਲ ਤੁਸੀਂ ਇਹਦੀ ਕਰ ਰਹੇ ਸੀਗੇ ਕਿ ਨਵਜੋਤ ਸਿੱਧੂ ਪੰਜਾਬ ਦੀ ਪੋਲਿਟਿਕਸ ਕਰਨਾ ਚਾਹੁੰਦੇ ਆ,
ਔਰ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੇ ਹੈ। ਨਵਜੋਤ ਸਿੱਧੂ ਦਾ ਠੀਕ ਹੈ, ਤੁਸੀਂ ਜਦੋਂ ਵੀ ਉਹਨਾਂ ਨਾਲ ਗੱਲ ਕਰੋਗੇ ਉਹ ਤੁਹਾਨੂੰ ਇਸ ਤਰ੍ਹਾਂ ਦਾ ਹੀ ਦਿਸਣਗੇ। ਉਹਨਾਂ ਦਾ ਆਪਣਾ ਇੱਕ ਏਜੰਡਾ ਹੈ ਜਿਹੜਾ ਸਟੇਟ ਸਪੈਸੀਫਿਕ ਹੈ ਤੇ ਉਸ ਤੇ ਹੀ ਗੱਲ ਕਰਨਾ ਚਾਹੁੰਦੇ ਆ, ਉਸੇ ਨੂੰ ਹੀ ਵਧਾਉਣਾ ਚਾਹੁੰਦੇ ਆ ਕਿ। ਪਰ ਨਵਜੋਤ ਸਿੱਧੂ 'ਚ ਇਹ ਤਾਂ ਤਾਕਤ ਹੈਗੀ ਹੈ ਕਿ ਉਹ ਇੱਕ ਲੱਗੀ ਹੋਈ ਜਿਹੜੀ ਸਟੇਜ ਹੈ ਉਸ ਤੇ ਜਿੰਨਾ ਮਰਜ਼ੀ ਵਧੀਆ ਨੱਚ ਲੈਣ, ਪਰ ਆਪਣੀ ਸਟੇਜ ਲਗਾ ਕੇ ਉਹ ਨਹੀਂ ਨੱਚ ਸਕਦੇ। ਇਹ ਉਹਨਾਂ 'ਚ ਖਾਮੀ ਹੈ ਸਭ ਤੋਂ ਵੱਡੀ, ਔਰ ਹਜੇ ਤੱਕ ਉਹ ਉਸੇ ਖਾਮੀ ਦਾ ਸ਼ਿਕਾਰ ਵੀ ਨਹੀਂ। ਅਗਰ ਜਿੰਨਾ ਜ਼ੋਰ ਉਹਨਾਂ ਨੇ ਇਸ ਗੱਲ ਤੇ ਲਾਇਆ ਤਾਂ ਉਹ ਆਪਣੀ ਪੋਲੀਟੀਕਲ ਪਾਰਟੀ ਬਣਾ ਲੈਂਦੇ। ਮੈਨੂੰ ਲੱਗਦਾ ਕਿ ਜਦੋਂ ਉਹ ਦੇਖੋ ਨੈਸ਼ਨਲ ਪਾਰਟੀਆਂ ਕੋਈ ਵੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਚਾਹੇ ਬੀਜੇਪੀ ਹੋਵੇ, ਕੋਈ ਵੀ ਹੋਵੇ, ਉਹ ਕੋਈ ਵੀ ਸਟੇਟ ਸਪੈਸੀਫਿਕ ਚੀਜ਼ਾਂ ਨਹੀਂ ਕਰਨਾ ਚਾਹੁੰਦੀ। ਉਹ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖਣਾ ਚਾਹੁੰਦੀਆਂ ਨੇ, ਜਦਕਿ ਜਿਹੜੀਆਂ ਰੀਜਨਲ ਪਾਰਟੀਆਂ ਹੁੰਦੀਆਂ ਨੇ ਉਹ ਸ਼ਕਤੀਆਂ ਆਪਣੇ ਕੋਲੇ ਰੱਖਣਾ ਚਾਹੁੰਦੀਆਂ ਨੇ। ਤੇ ਨਵਜੋਤ ਸਿੱਧੂ ਪੋਲਿਟਿਕਸ ਨੈਸ਼ਨਲ ਪਾਰਟੀਆਂ ਨਾਲ ਕਰਦੇ ਆ, ਪਰ ਆਪਣੀ ਗੱਲ ਉਹ ਸਟੇਟ ਸਪੈਸੀਫਿਕ ਵਾਲੀ ਕਰਦੇ ਆ। ਸੋ ਦੋਨੋਂ ਮੈਚ ਨਹੀਂ ਕਰਦੀਆਂ ਕਿਤੇ ਵੀ। ਮੈਨੂੰ ਲੱਗਦਾ ਕਿ ਜੇ ਉਹ ਇਹ ਸਾਰੀਆਂ ਗੱਲਾਂ ਕਰਦੇ ਸੀ, ਚਾਹੇ ਟਾਈਮ ਲੱਗਦਾ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਟੈਬਲਿਸ਼ ਕਰਨ ਦਾ, ਉਹਨਾਂ ਦੀ ਅੱਛਾ ਇਹ ਸੀ ਵੀ ਉਹ ਆਪਣੀ ਇੱਕ ਰੀਜਨਲ ਪਾਰਟੀ ਬਣਾਉਂਦੇ ਪੰਜਾਬ ਦੇ ਵਿੱਚ, ਤਾਂ ਫਿਰ ਉਹ ਜਿਸ ਤਰ੍ਹਾਂ ਆਪਣੀ ਟੀਮ ਬਣਾਉਂਦੇ, ਉਹਨਾਂ ਨੂੰ ਲੈ ਕੇ ਆਉਂਦੇ ਸਾਰੇ ਬੰਦਿਆਂ ਨੂੰ, ਤਾਂ ਫਿਰ ਲੀਡ ਕਰਦੇ ਤਾਂ ਸ਼ਾਇਦ ਗੱਲ ਕੁਝ ਹੋਰ ਹੁੰਦੀ। ਪਰ ਉਹਨਾਂ ਨੇ ਇਹ ਕੁਝ ਨਹੀਂ ਕੀਤਾ। ਉਹ ਨੈਸ਼ਨਲ ਪਾਰਟੀਆਂ ਦੇ ਵਿੱਚ ਰਹਿ ਕੇ ਸਟੇਟ ਪੋਲਿਟਿਕਸ ਕਰ ਰਹੇ ਆ। ਮੈਨੂੰ ਲੱਗਦਾ ਕਿ ਇਹ ਮੈਚ ਨਹੀਂ ਕਰੇਗਾ ਕਿਤੇ। ਇਹ ਇਸੇ ਕਰਕੇ ਹੀ ਉਹ ਬਾਰ-ਬਾਰ ਜਿਹੜਾ ਹੈਗਾ ਲੀ ਤੋਂ ਲੈ ਜਾਂਦੇ ਆ, ਜਿਹਦੇ ਕਰਕੇ ਅੱਗੇ ਚੱਲ ਨਹੀਂ ਪਾਉਂਦੇ। ਹੁਣ ਵੀ ਬਾਰ-ਬਾਰ ਫਿਰ ਕਾਂਗਰਸ ਤੋਂ ਛੁੱਟ ਕੇ ਹੁਣ ਫਿਰ ਦੁਬਾਰਾ ਬੀਜੇਪੀ 'ਚ ਜਾਣ ਦੀ ਗੱਲ ਚੱਲਣਾ ਸ਼ੁਰੂ ਹੋ ਗਿਆ। ਸੋ ਮੈਨੂੰ ਇਹ ਲੱਗਦਾ ਕਿ ਇਹ ਕਾਮਯਾਬ ਨਹੀਂ ਹੋਣਗੀਆਂ, ਜਾਂ ਨਵਜੋਤ ਸਿੱਧੂ ਕਾਮਯਾਬ ਨਹੀਂ ਹੋਣਗੇ। ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਛਵੀ ਹੈ ਉਹ ਮੈਨੂੰ ਲੱਗਦਾ ਕਿ ਬਿਲਕੁਲ ਹੀ, ਹੁਣ ਤਾਂ ਹਿੰਦੀ ਸ਼ਬਦ ਧੂਲ ਧੂਸਰਿਤ, ਉਹ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਐਡਾ ਵੱਡਾ ਸ਼ਬਦ ਹੈ, ਵੀ ਉਸ ਤਰ੍ਹਾਂ ਦੀ ਹੋ ਗਈ ਹੈ, ਬਹੁਤ ਦਾਗਦਾਰ ਹੋ ਗਈ ਹੈ। ਇੰਨੇ ਦਾਗ ਮਿਟਾਏ ਨਹੀਂ ਜਾ ਸਕਦੇ। ਪਿਛਲੇ ਦਿਨਾਂ 'ਚ ਭਾਸਕਰ ਸਾਹਿਬ ਤੁਹਾਡੇ ਹੀ ਖਿੱਤੇ ਦੇ ਇਸ ਰੀਜਨ ਦੇ ਸਭ ਤੋਂ ਧਾਕੜ ਆਗੂ ਮੰਨੇ ਜਾਂਦੇ ਨੇ ਰਾਣਾ ਗੁਰਜੀਤ। ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ, ਕਹਿੰਦੇ ਮੈਂ ਤਾਂ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਭਾਜਪਾਈਆਂ ਨੂੰ ਕਿਹਾ ਸੀ, ਜਦੋਂ ਕਹਿੰਦੇ ਨਾ ਵੀ ਰਾਣਾ ਝੂਠ ਬੋਲਦਾ ਹੈ, ਰਾਣਾ ਗਲਤ ਕਹਿ ਰਿਹਾ ਵੀ ਉਹ ਬੀਜੇਪੀ 'ਚ ਜਾ ਸਕਦਾ। ਸਿੱਧੂ ਕਹਿੰਦਾ ਮੈਂ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਕਿਤੇ ਸਹੁੰ ਚੁੱਕ ਕੇ ਗੱਲ ਕਹਿ ਦਿਓ ਵੀ ਅਸੀਂ ਉਹਨਾਂ ਨੂੰ ਨਹੀਂ ਲਵਾਂਗੇ ਤੇ ਅਸੀਂ ਮੰਨ ਲੈਂਦੇ ਆ, ਅਦਰਵਾਈਜ਼ ਤੇ ਹੁਣ ਜਿਹੜੀ ਸਥਿਤੀ ਸਿੱਧੂ ਸਾਹਿਬ ਲਈ ਇਹੀ ਬਚੀ ਹੈ। ਮੈਂ ਇੱਥੇ ਇੱਕ ਚੀਜ਼ ਹੋਰ ਅੱਗੇ ਵਧਾਉਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਪੋਲੀਟੀਕਲ ਵੈਕਿਊਮ ਅਜੇ ਵੀ ਉਵੇਂ ਹੀ ਹੈ। ਅਜੇ ਵੀ ਕਿਸੇ ਤੇ ਲੋਕਾਂ ਦਾ ਮਨ ਨਹੀਂ, ਵਿਸ਼ਵਾਸ ਨਹੀਂ ਵੱਜ ਰਿਹਾ। ਨਵਜੋਤ ਸਿੰਘ ਸਿੱਧੂ ਭਾਵੇਂ ਪਿਛਲੇ ਦਿਨਾਂ 'ਚ ਕਈ ਜਗ੍ਹਾ ਤੇ ਉਖੜ ਗਏ ਨੇ, ਲੋਕਾਂ ਦਾ ਹੁਣ ਉਹ ਭਰੋਸਾ ਉਹਨਾਂ ਤੇ ਨਹੀਂ ਵੱਜਦਾ, ਪਰ ਪੰਜਾਬ ਦੀ ਪੋਲਿਟਿਕਸ ਦਾ ਖਲਾ ਅਜੇ ਵੀ ਮੰਗ ਕਰਦਾ ਹੈ ਕਿ 2024 ਦੇ ਵਿੱਚ ਕੋਈ ਨਵੀਂ ਧਾਰਾ ਦੇ ਵਿੱਚ ਲੋਕ ਇਕੱਠੇ ਹੋ ਕੇ 13 ਸੀਟਾਂ 'ਚ ਪੰਜਾਬੀਅਤ ਦੀ ਗੱਲ ਕਰਨ ਵਾਲੇ ਅੱਗੇ ਵਧਣ। ਗੱਲ ਇੰਦਰਪ੍ਰੀਤ ਜੀ ਨੇ ਬੜੀ ਬਿਹਤਰ ਕੀਤੀ ਆ ਕਿ ਜੇ ਜ਼ੋਰ ਹੀ ਲਾਉਣਾ ਹੈ ਤੇ ਆਪਣੇ ਲਈ ਲਾਓ, ਘੱਟੋ ਘੱਟ ਇਸ ਖਿੱਤੇ ਲਈ ਲਾਓ। ਤੁਸੀਂ ਜਦੋਂ ਜੇ ਮੰਨ ਲਓ ਹੁਣ ਕਾਂਗਰਸ ਕਹਿੰਦੀ ਅਸੀਂ ਪੰਜਾਬ ਦਾ ਬੜਾ ਬਿਹਤਰ ਕਰਾਂਗੇ, ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਸਾਹਮਣੇ ਪੰਜਾਬ ਦੇ ਕਾਂਗਰਸੀਆਂ ਨੂੰ ਉਹਨੇ ਹੱਥੇ ਕਰ ਦਿੰਦੀ ਹੈ। ਇਹ ਕੇਂਦਰੀ ਪਾਰਟੀਆਂ ਦਾ ਖਾਸਾ ਹੈ, ਉਹਨਾਂ ਦੀਆਂ ਮਜਬੂਰੀਆਂ। ਭਾਸਕਰ ਸਾਹਿਬ, ਮੈਨੂੰ ਯਾਦ ਹੈ ਸਿੱਧੂ ਸਾਹਿਬ ਅਕਸਰ ਕਈ ਵਾਰੀ ਉਖੜ ਵੀ ਜਾਂਦੇ ਆ, ਤੇ ਪਿਛਲੇ ਦਿਨਾਂ 'ਚ ਉਦੋਂ ਉਖੜੇ ਜਦੋਂ ਮਿਹਣਿਆਂ ਤੇ ਆ ਗਏ। ਉਹਨਾਂ ਦੀ ਵਾਈਫ ਨੇ ਕਿਹਾ ਕਿ ਆਹ ਜਿਹੜੀ ਕੁਰਸੀ ਹੈ ਨਾ ਜੀ ਭਗਵੰਤ ਮਾਨ ਜੀ, ਇਹ ਤੁਹਾਨੂੰ ਸਿੱਧੂ ਸਾਹਿਬ ਨੇ ਦਿੱਤੀ ਹੈ, ਤੁਹਾਡੇ ਵੱਡੇ ਭਰਾ ਨੇ ਗਿਫਟ ਕੀਤੀ ਹੈ। ਇਹ ਤਾਂ ਕੇਜਰੀਵਾਲ ਸਾਹਿਬ ਨੇ ਸਿੱਧੂ ਸਾਹਿਬ ਨੂੰ ਆਫਰ ਕੀਤੀ ਸੀ, ਜੇ ਉਹ ਲੈ ਲੈਂਦੇ ਤਾਂ ਫਿਰ ਤਾਂ ਸਿੱਧੂ ਸਾਹਿਬ ਕੋਲ ਸੀ, ਉਹਨਾਂ ਨਹੀਂ ਲਈ ਤੇ ਤੁਹਾਡਾ ਤਾਂ ਲੱਗ ਗਿਆ। ਜੇ ਇਹੀ ਗੱਲ ਬਲਬੀਰ ਸਿੰਘ ਰਾਜੇਵਾਲ ਕਹਿਣ, ਕਿਉਂਕਿ ਜਦੋਂ ਕੇਜਰੀਵਾਲ ਸਾਹਿਬ ਨੇ ਇਹ ਗੱਲ ਅਨਾਉਂਸ ਕਰਤੀ ਸੀ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਚਿਹਰਾ, ਬਿਹਤਰ ਸਿੱਖ ਚਿਹਰਾ ਹੋਏਗਾ, ਤੇ ਉਹਨਾਂ ਦਾ ਧਿਆਨ ਸਾਰਾ ਰਾਜੇਵਾਲ ਤੇ ਸੀ। ਉਹਨਾਂ ਦਿਨਾਂ 'ਚ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਵੀ ਚੱਲ ਰਹੀ ਸੀ। ਬਲਬੀਰ ਸਿੰਘ ਰਾਜੇਵਾਲ ਬਹੁਤ ਬਿਹਤਰ ਲੀਡਰ ਸਾਬਤ ਹੋ ਚੁੱਕੇ ਸੀ ਕਿਸਾਨੀ ਅੰਦੋਲਨ 'ਚ, ਪਰ ਉਹ ਵੀ ਮਾਤ ਖਾ ਗਏ ਕਿਉਂਕਿ ਫੈਸਲਾ ਨਹੀਂ ਕਰ ਸਕੇ। ਸੋ ਉਹਨਾਂ ਦਿਨਾਂ ਦੇ ਵਿੱਚ ਸੀਟਾਂ ਕਿੰਨੀਆਂ ਹੋਣ, ਇਕੱਠੇ ਲੜਨਾ, ਤੁਹਾਡਾ ਚਿਹਰਾ ਬਣਨਾ, ਵੱਖਰਾ ਬਣਨਾ, ਗੱਠਜੋੜ ਕਰ ਲਈਏ, ਇੰਨੀਆਂ ਸੀਟਾਂ ਲੈ ਲਓ, ਇਹ ਕਰ ਲਓ, ਉੱਥੇ ਗੱਲ ਫਸ ਗਈ। ਸੋ ਇਸ ਵੇਲੇ ਜਿਹੜੀ ਸਥਿਤੀ ਹੈ, ਜੇ ਇਹ ਕਹਿਣ ਬਲਬੀਰ ਸਿੰਘ ਰਾਜੇਵਾਲ ਵੀ ਹਾਂ ਵੀ ਇਹ ਤਾਂ ਭਗਵੰਤ ਮਾਨ ਹੁਣ ਤਾਂ ਮੈਨੂੰ ਮੀਟਿੰਗ ਲਈ ਸਮਾਂ ਵੀ ਨਹੀਂ ਦਿੰਦੇ ਤੁਸੀਂ, ਤੇ ਇਹ ਕੁਰਸੀ ਤਾਂ ਮੇਰੀ ਤੁਹਾਨੂੰ ਦਿੱਤੀ ਹੋਈ ਹੈ। ਸੋ ਨਵਜੋਤ ਸਿੰਘ ਸਿੱਧੂ ਦਾ ਇਹ ਬਚਕਾਨਾ ਰਾਜਨੀਤੀ ਦਾ ਵੀ ਇੱਕ ਹੈ ਕਿ ਪਰਿਸਥਿਤੀਆਂ ਤੁਹਾਡੇ ਹੱਥੋਂ ਨਿਕਲੀਆਂ, ਪਰ ਤੁਸੀਂ ਕਹਿੰਦੇ ਨਹੀਂ ਉਹ ਮੇਰੀਆਂ ਸੀ, ਤੁਸੀਂ ਮੌਕੇ ਤੇ ਫੈਸਲਾ ਨਹੀਂ ਲੈ ਸਕੇ, ਲੇਕਿਨ ਬਾਅਦ ਦੇ ਵਿੱਚ ਤੁਸੀਂ ਕਲੇਮ ਕਰਦੇ ਹੋ ਇਹ ਤਾਂ ਜਦ ਤੈਨੂੰ ਗਿਫਟ ਕੀਤਾ, ਇਹ ਤਾਂ ਮੈਨੂੰ ਮਿਲਣ ਵਾਲਾ ਸੀ।
ਫਿਰ ਤਾਂ ਤੁਹਾਨੂੰ ਤਾਂ ਲਗਭਗ 15-18 ਸਾਲ ਪਹਿਲਾਂ ਇਹ ਮਿਲਣ ਵਾਲਾ ਸੀ, ਤੁਸੀਂ ਉਦੋਂ ਵੀ ਇੰਨੇ ਬੁਲਾਰੇ ਸੀ, ਉਦੋਂ ਵੀ ਇੰਨੇ ਇਮਾਨਦਾਰ ਸੀ, ਉਦੋਂ ਵੀ ਇੰਨੇ ਹਮਲਾਵਰ ਸੀ। ਸੋ ਤੁਸੀਂ ਤਾਂ ਪਹਿਲਾਂ ਹੀ ਮੁੱਖ ਮੰਤਰੀ ਬਣੇ ਹੋਣੇ ਚਾਹੀਦੇ ਸੀ 12 ਦੇ ਵਿੱਚ। ਭਾਸਕਰ ਸਾਹਿਬ, परिस्थितियां सिद्धू साहब ਲਈ ਕਾਫੀ ਅਣਸੁਖਾਵੀਆਂ ਨੇ। ਨਹੀਂ, परिस्थितियां ਉਹਨਾਂ ਦੀ ਆਪ ਦੀ ਕ੍ਰੀਏਟ ਕੀਤੀ ਹੋਈ परिस्थितियां। ਕਈ ਮੌਕੇ ਆਏ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪੋਲਿਟਿਕਸ ਪੰਜਾਬ ਦੇ ਵਿੱਚ ਚਮਕਾਉਣ ਵਾਸਤੇ। ਗੱਲ ਚਮਕਾਉਣ ਦੀ ਹੁੰਦੀ ਹੈ, ਤੁਹਾਨੂੰ ਆਪਣੀ ਪੋਲਿਟਿਕਸ ਚਮਕਾਉਣ ਵਾਸਤੇ ਜਾਂ ਪੋਲਿਟਿਕਸ ਕਰਨ ਵਾਸਤੇ ਇੱਕ ਟੀਮ ਚਾਹੀਦੀ ਹੁੰਦੀ ਹੈ। ਟੀਮ ਤੁਸੀਂ ਤਿਆਰ ਕੀਤੀ, ਉਹਨਾਂ ਟੀਮਾਂ ਵਿੱਚੋਂ ਇੱਕ ਦੇਖੋ ਤੁਸੀਂ ਅਸ਼ਵਨੀ ਸ਼ੇਖਰੀ, ਉਹਨਾਂ ਕੱਲ ਬੀਜੇਪੀ ਚਲੇ ਗਏ। ਔਰ ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਨੂੰ ਅਗਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਤੇ ਉਹ ਇਕੱਲੇ ਹੀ ਲੜਦੇ ਨਜ਼ਰ ਆਉਂਦੇ ਨੇ, ਔਰ ਬਹੁਤ ਵਾਰ ਤੇ ਉਹ ਆਪਣਿਆਂ ਨਾਲ ਹੀ ਲੜਦੇ ਨਜ਼ਰ ਆਉਂਦੇ ਨੇ, ਔਰ ਆਪਣਿਆਂ ਨੂੰ ਹੀ ਆਪਣਾ ਵਿਰੋਧੀ ਬਣਾਉਂਦੇ ਨੇ। ਅੱਜ ਵੀ ਨਵਜੋਤ ਸਿੰਘ ਸਿੱਧੂ ਕਿੱਥੇ ਖੜੇ ਨੇ? ਕਾਂਗਰਸ ਦੇ ਵਿੱਚ ਤੁਸੀਂ ਪੋਲੀਟੀਕਲ ਵੈਕਿਊਮ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਵਾਕਈ ਬੜਾ ਜ਼ਬਰਦਸਤ ਪੋਲੀਟੀਕਲ ਵੈਕਿਊਮ ਹੈ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ 92 ਐਮਐਲਏ ਦੇ ਥਰੂ ਬਣ ਤੇ ਗਈ, ਜਿੱਤ ਗਏ 92 ਐਮਐਲਏ। ਅੱਜ ਆਪਾਂ ਕਿੱਥੇ ਖੜੇ ਆ? ਉਹਨਾਂ 92 ਦੇ ਵਿੱਚੋਂ ਕਿੰਨੇ ਕੁ ਹੀਰੇ ਤੇ ਕਿੰਨੇ ਕੁ, ਹੁਣ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਅੱਜ ਵੀ ਲੋਕ ਚਾਹੁੰਦੇ ਨੇ ਕਾਂਗਰਸ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰੂਪ ਵਿੱਚ ਹਜੇ ਤੱਕ ਨਹੀਂ ਖੜੀ ਹੋ ਪਾਈ। ਅੱਜ ਦੀ ਡੇਟ ਵਿੱਚ ਇਹ ਨਹੀਂ ਕਿ ਅਗਰ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹੈ ਤੇ ਕਾਂਗਰਸ ਵੱਲ ਆ ਗਿਆ ਹੋਵੇ ਜਾਂ ਅਕਾਲੀਆਂ ਵੱਲ ਮੂੰਹ ਕਰ ਲਿਆ ਹੋਵੇ। ਹਜੇ ਉਹ ਸਿਚੁਏਸ਼ਨ ਨਹੀਂ ਆਈ। ਐਦਾਂ ਦੀ ਸਿਚੁਏਸ਼ਨ ਚੱਲੀ ਤੇ 2024 ਦੇ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ 2027 ਦੇ ਵਿੱਚ ਵੀ ਅਗਰ ਸੇਮ ਸਿਚੁਏਸ਼ਨ ਰਹਿੰਦੀ ਹੈ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਰਿਪੀਟ ਕਰ ਸਕਦੀ ਹੈ। ਔਰ ਰਿਪੀਟ ਕਰਨ ਦੀ ਸਿਰਫ ਇਹ ਗੱਲ ਨਹੀਂ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਗੱਲ ਹੋਏ, ਕਿਉਂਕਿ ਕਾਂਗਰਸ ਆਪਣੇ ਆਪ ਨੂੰ ਖੜੀ ਨਹੀਂ ਕਰ ਪਾ ਰਹੀ। ਨਵਜੋਤ ਸਿੰਘ ਸਿੱਧੂ ਵੱਡੇ ਲੀਡਰ ਨੇ, ਨਵਜੋਤ ਸਿੰਘ ਸਿੱਧੂ ਨਾ ਅੱਛੇ ਵਕਤਾਂ ਨੇ, ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਲੀਡਰ ਨੇ, ਪਰ ਟੀਮ ਕਿੱਥੇ ਹੈ? ਤੁਸੀਂ ਟੀਮ ਦੇ ਰਾਹੀਂ ਇਮਾਨਦਾਰ ਲੀਡਰ ਹੋਏ ਔਰ ਉਹਦੇ ਥੱਲੇ ਬੇਈਮਾਨੀ ਹੁੰਦੀ ਹੋਏ ਤੇ ਉਦਾਂ ਦੇ ਲੀਡਰ ਨੂੰ ਵੀ ਇਮਾਨਦਾਰ ਨਹੀਂ ਕਹਿੰਦੇ। ਡਾਕਟਰ ਮਨਮੋਹਨ ਸਿੰਘ ਇਮਾਨਦਾਰ ਨਹੀਂ ਸੀ? ਡਾਕਟਰ ਮਨਮੋਹਨ ਸਿੰਘ ਸਰਕਾਰ ਚਲਾਉਂਦੇ ਸੀ, ਕਿੰਨੇ ਵੱਡੇ ਵੱਡੇ ਘੁਟਾਲੇ ਹੋਏ ਕਾਂਗਰਸ ਦੀ ਯੂਪੀਏ ਸਰਕਾਰ ਦੇ ਵਿੱਚ। ਯਾਨੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਰਣਨੀਤੀ ਖੁਦ ਤੈਅ ਕਰਨ ਦੀ ਲੋੜ ਹੈਗੀ ਹੈ। ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਆਪਣਾ ਵੱਖਰਾ ਇੱਕ ਪਲੇਟਫਾਰਮ ਸਟੇਜ ਸਜਾ ਕੇ ਨੱਚਣ ਦਾ ਉਹ ਮੁਸ਼ਕਿਲ ਕੰਮ ਹੈਗਾ, ਹੈ ਮੁਸ਼ਕਿਲ ਕੰਮ, ਪਰ ਮੁਸ਼ਕਿਲ ਕੰਮ ਵੱਲ ਜਾਓਗੇ ਤਾਂ ਲੋਕ ਤੁਹਾਡੇ ਨਾਲ ਜੁੜਨਗੇ। ਜੇ ਨਹੀਂ ਵੀ ਜੁੜਨਗੇ ਤਾਂ ਵੀ ਤੁਸੀਂ ਪਹਿਚਾਨੇ ਜਾਓਗੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜੇ। ਹੁਣ ਉਹ ਪੋਲਿਟਿਕਸ ਨਹੀਂ ਚੱਲਣੀ ਪੰਜਾਬ ਦੇ ਵਿੱਚ, ਛੋਟੇ ਵੀਰ ਮਿੱਤਰ ਪਿਆਰੇ ਇਹ ਹੋ ਗਿਆ ਉਹ ਹੋ ਗਿਆ, ਉਸ ਗੱਲ ਤੋਂ ਲੋਕੀ ਬੋਰ ਹੋ ਗਏ ਨੇ, ਕਿਉਂਕਿ ਤੁਸੀਂ ਦੂਜੇ ਦੇ ਉੱਤੇ ਵੱਟਾ ਸੁੱਟ ਕੇ ਭੱਜ ਜਾਂਦੇ ਹੋ। ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕੋਈ ਸੋਲੂਸ਼ਨ ਨਹੀਂ ਦਿੰਦੇ ਤੇ ਫਿਰ ਇਸ ਪੋਲਿਟਿਕਸ ਦਾ ਹਜੇ ਤੱਕ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਨਹੀਂ ਬਣਿਆ। ਤੁਸੀਂ ਜਿਹੜੀ ਗੱਲ ਭਾਸਕਰ ਸਾਹਿਬ ਕਹਿ ਰਹੇ ਹੋ ਨਾ ਕਿ ਇੰਦਰਪ੍ਰੀਤ ਜੀ ਜਿਹੜੀ ਵੱਖਰੀ ਇੱਕ ਪਾਰਟੀ ਬਣਾ ਕੇ ਅੱਗੇ ਵਧਣ ਦੀ ਗੱਲ ਕਰ ਰਹੇ ਆ, ਉਹਦੇ ਲਈ ਤੁਹਾਨੂੰ ਮੈਦਾਨ 'ਚ ਰਹਿਣਾ ਪਊਗਾ, ਨਿੱਠ ਕੇ ਖੇਡਣਾ ਪਊਗਾ। ਹੁਣ ਤੁਸੀਂ ਅਸ਼ਵਨੀ ਸੇਖੜੀ ਦੀ ਗੱਲ ਕਰ ਰਹੇ ਆ ਕਿ ਤੁਹਾਡੀ ਟੀਮ ਦੇ ਮੈਂਬਰ ਚਲੇ ਗਏ, ਕੀ ਕਰਨਗੇ? ਜਦੋਂ ਤੁਸੀਂ ਜਿਹਨੂੰ ਆਗੂ ਮੰਨ ਲੈਂਦੇ ਹੋ, ਜੇ ਉਹ ਤੁਹਾਡੇ ਨਾਲ ਵਕਤ ਬਾ ਵਕਤ ਖੜਾ ਨਹੀਂ ਆ, ਤੁਹਾਡੀ ਸਰਗਰਮੀ ਸਿਫਰ ਹੋ ਜਾਂਦੀ ਹੈ। ਤੁਸੀਂ 2 ਦਿਨ ਲਈ ਆਉਂਦੇ ਹੋ ਤੇ 28 ਦਿਨ ਲਈ ਗਾਇਬ ਹੋ ਜਾਂਦੇ ਹੋ। ਇਹ ਪੋਲਿਟਿਕਸ ਨਹੀਂ ਹੈ। ਮਨਪ੍ਰੀਤ ਬਾਦਲ ਨੇ ਪੀਪਲਸ ਪਾਰਟੀ ਆਫ ਪੰਜਾਬ ਬਣਾਈ ਔਰ ਬਹੁਤ ਲੋਕਾਂ ਨੇ ਭਰਵਾਂ ਸਮਰਥਨ ਦਿੱਤਾ। ਕੋਈ ਲੱਖ ਤੋਂ ਵੱਧ ਦਾ ਇਕੱਠ ਸੀ ਖਟਕੜ ਕਲਾਂ 'ਚ। ਉਹਨਾਂ ਨੇ ਆਪਣੇ ਵੱਖ-ਵੱਖ ਥਾਵਾਂ ਤੇ ਲੀਡਰ ਵੀ ਚੁਣਨੇ ਸ਼ੁਰੂ ਕਰਤੇ, ਨਿਰਧਾਰਿਤ ਕਰਨੇ ਸ਼ੁਰੂ ਕਰਤੇ, ਪਰ ਉਹ ਲੀਡਰ ਫੈਸਲਾਕੁੰਨ ਨਹੀਂ ਸੀਗੇ। ਮਨਪ੍ਰੀਤ ਬਾਦਲ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਬੰਦਿਆਂ ਤੇ ਭਰੋਸਾ ਪ੍ਰਗਟ ਨਹੀਂ ਕੀਤਾ। ਉਸ ਤੋਂ ਬਾਅਦ ਕੀ ਹੋਇਆ? ਜਿਹੜੇ ਆਗੂ ਪੂਰੇ ਹੁਲਾਸ ਨਾਲ ਆਏ ਸੀ ਉਹ ਗੈਰ ਪ੍ਰਸੰਗਿਕ ਬਣ ਗਏ, ਉਹਨਾਂ ਦੀ ਐਕਟੀਵਿਟੀ ਕੋਈ ਨਾ ਰਹੀ। ਉਹ ਰੋਜ਼ ਉਹਨਾਂ ਵੱਲ ਵੇਖਦੇ ਸੀ, ਕਦੇ ਉਹਨਾਂ ਵੱਲੋਂ ਕੋਈ ਫੋਨ ਕਾਲ ਨਹੀਂ, ਉਹਨਾਂ ਦੇ ਕਿਸੇ ਦਫ਼ਤਰ 'ਚੋਂ ਰਾਬਤਾ ਨਹੀਂ। ਜਿਹੜੀਆਂ ਪਾਰਟੀਆਂ ਸੰਗਠਨਾਤਮਕ ਤੌਰ ਤੇ ਅਜੇ ਅੱਗੇ ਵੱਧ ਰਹੀਆਂ, ਅਕਾਲੀ ਦਲ ਦੀ ਰੋਸ, ਭਾਵੇਂ ਅਕਾਲੀ ਦਲ ਦੀ ਅੱਜ ਜਿੰਨੀ ਮਰਜ਼ੀ ਤੁਸੀਂ ਮਾੜੀ ਸਥਿਤੀ ਕਹਿ ਲਓ, 3 ਸੀਟਾਂ ਤੇ ਖੜਿਆ, ਪਰ ਉਹਨਾਂ ਦਾ ਜਿਹੜਾ ਢਾਂਚਾ ਹੈ ਉਹ ਇੱਕ ਦੂਜੇ ਨਾਲ ਜੁੜਿਆ ਹੋਇਆ। ਉਹਨਾਂ ਦੀ ਸਰਗਰਮੀ ਉੱਤੋਂ ਲੈ ਕੇ ਥੱਲੇ ਤੱਕ ਨਿਰੰਤਰ ਹੈ। ਉਹਨਾਂ ਦੇ ਹੈਡ ਆਫਿਸ ਤੋਂ ਉਹਨਾਂ ਦੇ ਥੱਲੇ ਦੇ ਜਿਹੜੇ ਲੀਡਰ ਆ ਹੇਠਲੇ ਪੱਧਰ ਤੱਕ ਦੇ, ਉਹਨਾਂ ਨਾਲ ਰਾਬਤਾ ਰਹਿੰਦਾ ਹੈ, ਜ਼ਿਲ੍ਹਾ ਪੱਧਰ ਦੇ ਲੀਡਰਾਂ ਦਾ ਰਾਬਤਾ ਰਹਿੰਦਾ। ਸੋ ਇਹ ਨਵਜੋਤ ਸਿੰਘ ਸਿੱਧੂ ਜੇਕਰ ਅਸ਼ਵਨੀ ਸੇਖੜੀ ਲਈ ਬਟਾਲੇ ਦੇ ਵਿੱਚ ਕਿਤੇ ਗਾਏ ਬਗਾਏ ਖੜੇ ਨਜ਼ਰ ਨਹੀਂ ਆਉਣਗੇ, ਸੇਖੜੀ ਸਾਹਿਬ ਮੀਟਿੰਗਾਂ ਵੱਲ ਜਾਂਦੇ ਭੱਜੇ ਨਜ਼ਰ ਨਹੀਂ ਆਉਣਗੇ ਵੀ ਅੱਜ ਸਿੱਧੂ ਸਾਹਿਬ ਨੇ ਫਲਾਣੀ ਜਗ੍ਹਾ ਜਾਣਾ ਤੇ ਆਪਾਂ ਵੀ ਚੱਲੀਏ। ਜਿਹੜਾ ਪੋਲਿਟਿਕਸ ਕਰ ਰਿਹਾ ਬੰਦਾ, ਉਹਦੇ ਘਰੇ ਸਵੇਰੇ 5-7 ਬੰਦੇ ਰੋਟੀ ਪਾਣੀ ਖਾ ਕੇ ਮੁੱਛਾਂ ਨੂੰ ਤਾ ਦੇ ਕੇ ਗੱਡੀ 'ਚ ਬਹਿਣ ਵਾਲੇ ਤਿਆਰ ਖੜੇ ਹੁੰਦੇ, ਤੇ ਜੇ ਲੀਡਰ ਨੇ ਕਿਤੇ ਜਾਣਾ ਹੀ ਨਾ ਹੋਵੇ ਤਾਂ ਕਿਵੇਂ ਹੋਊਗਾ? ਵਿਆਹਾਂ ਤੇ ਭੋਗਾਂ ਤੇ ਹਰ ਦਿਨ ਦੀ ਸਰਗਰਮੀ ਹੁੰਦੀ ਆ, ਫੇਰ ਲੱਗਦਾ ਹੈ ਕਿ ਬੰਦੇ ਕੁਝ ਕੰਮ ਕਰ ਰਿਹਾ। ਨਵਜੋਤ ਸਿੰਘ ਸਿੱਧੂ ਸ਼ਾਇਦ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਬਣੇ। ਮੈਂ ਐਂਡ ਦੇ ਵਿੱਚ ਇੰਦਰਪ੍ਰੀਤ ਜੀ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ, ਛੱਡੇ ਜਾ ਰਹੇ ਪਾਣੀ ਨੂੰ ਲੈ ਕੇ, ਛੱਡੇ ਜਾਣ ਵਾਲੇ ਪਾਣੀ ਨੂੰ ਲੈ ਕੇ, ਮੀਂਹ ਦੇ ਅਲਰਟ ਨੂੰ ਲੈ ਕੇ
ਪਹਾੜਾਂ ਤੇ ਮੀਂਹ ਦੀ ਸਥਿਤੀ ਨੂੰ ਲੈ ਕੇ ਇੱਕ ਵਾਰੀ ਜਰਾ ਤਸਵੀਰ ਬਣਾ ਦਿਓ। ਰੰਧਾਵਾ ਸਾਹਿਬ ਦੇਖੋ, ਜਿਹੜਾ ਮੌਸਮ ਵਿਭਾਗ ਨੇ ਕੱਲ ਅਲਰਟ ਜਾਰੀ ਕੀਤਾ 2 ਦਿਨ ਦਾ ਹੋਰ ਹਿਮਾਚਲ ਦੇ ਵਿੱਚ ਤੇ ਬਹੁਤ ਬਰਸਾਤ ਹੋਣੀ ਹੈ, ਤੇ ਇੱਥੇ ਵੀ ਪੰਜਾਬ ਦੇ ਵਿੱਚ ਵੀ ਛੋਟੇ-ਮੋਟੇ ਹਲਕਿਆਂ ਦੇ ਵਿੱਚ ਹੋਣੀ ਹੈ। ਉਹ ਪੰਜਾਬ ਲਈ ਕੋਈ ਮਤਲਬ ਜਿਹਨੂੰ ਕਹਿੰਦੇ ਵੀ ਸੁਖਦ ਖਬਰ ਨਹੀਂ ਹੈ, ਕਿਉਂਕਿ ਇਸ ਟਾਈਮ ਜਿੰਨੀ ਬਰਸਾਤ ਹਿਮਾਚਲ 'ਚ ਹੋ ਰਹੀ ਹੈ ਉਹ ਸਾਰੀ, ਚਾਹੇ ਘੱਗਰ ਦੇ ਰਾਹੀਂ ਚਾਹੇ ਸਤਲੁਜ ਜਾਂ ਬਿਆਸ ਰਾਹੀਂ ਇੱਧਰ ਆ ਰਿਹਾ ਪਾਣੀ, ਉਹ ਸਾਨੂੰ ਮਾਰ ਕਰ ਹੀ ਰਿਹਾ ਹੈ। ਇਸ ਟਾਈਮ ਜਿਹੜੀ ਹਾਲਾਤ ਨੇ, ਖਾਸ ਤੌਰ ਤੇ ਜਿਹੜਾ ਘੱਗਰ ਦਾ ਹੈ, ਦੇਖੋ ਸਤਲੁਜ ਵਾਲਾ ਤਾਂ ਪਾਣੀ ਕਾਫੀ, ਮੇਰੀ ਕੱਲ ਗੱਲ ਹੋਈ ਸੀਗੀ ਜਿਹੜੇ ਫਿਰੋਜ਼ਪੁਰ ਵਾਲੇ ਕਮਿਸ਼ਨਰ ਨੇ ਆਪਣੇ, ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀ ਵੀ ਜਿਹੜਾ ਖਤਰਾ ਹੈ ਉਹ ਤਾਂ ਟਲ ਗਿਆ, ਮਤਲਬ ਹੁਣ ਪਾਣੀ ਨਿਕਲ ਆਪਣੇ ਵਹਿਣ ਤੋਂ ਹੀ ਨਿਕਲ। ਵੈਸੇ ਇੰਦਰਪ੍ਰੀਤ ਜੀ, ਜਿਹੜੇ ਅਫਸਰ ਨਾਲ ਗੱਲ ਹੋਵੇ ਉਹਨਾਂ ਦਾ ਨਾਂ ਜ਼ਰੂਰ ਲੈ ਦਿਆ ਕਰੋ, ਜੇ ਕੰਟਰੋਵਰਸੀ ਵਾਲਾ ਹੋਵੇ ਫਿਰ ਤੇ ਆਪਾਂ ਛੁਪਾਉਣਾ ਹੁੰਦਾ, ਕਮਿਸ਼ਨਰ ਸਾਹਿਬ ਦਾ ਨਾਂ ਤਾਂ ਜ਼ਰੂਰ ਲਓ ਨਾ, ਵੀ ਦੇਖੋ ਏਡੇ ਏਡੇ ਵੱਡੇ ਅਹੁਦੇ ਆ, ਉਹ ਕੰਮ ਵੀ ਕਰ ਰਿਹਾ, ਤੇ ਜਿਹੜੇ 4 ਲੋਕ ਹੋਣਗੇ ਸੁਣਨ ਵਾਲੇ ਉਹਨਾਂ ਤੱਕ ਨਾ ਬੜੇ ਅਹਿਮ ਹੁੰਦੇ ਆ ਜ਼ਿੰਦਗੀ 'ਚ, ਸਾਡੇ ਤੁਹਾਡੇ ਸਾਰਿਆਂ ਦੇ ਨਾਂ ਨਾਲ ਤੇ ਬੰਦਾ ਜਿਉਂਦਾ, ਜ਼ਰੂਰ ਲਓ ਜੀ। ਡੀਐਸ ਮਾਂਗੜ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਲਗਭਗ ਖਤਰਾ ਟਲ ਗਿਆ, ਹੁਣ ਪਾਣੀ ਨਿਕਲਣਾ ਸ਼ੁਰੂ ਹੋ ਗਿਆ, ਤੇ ਹੋਰ 1-2 ਦਿਨਾਂ ਚ ਜੇ ਬਾਰਿਸ਼ਾਂ ਨਹੀਂ ਹੋਈਆਂ ਤਾਂ ਫਿਰ ਆਸਾਨੀ ਰਹੇਗੀ, ਔਰ ਮੈਨੂੰ ਲੱਗਦਾ ਕਿ ਨਹੀਂ ਹੋਈਆਂ ਇਧਰਲੇ ਪਾਸੇ ਤਾਂ ਨਿਕਲ ਜਾਏਗਾ ਪਾਣੀ। ਪਰ ਘੱਗਰ ਵਾਲਾ ਹਜੇ ਵੀ ਰੰਧਾਵਾ ਸਾਹਿਬ ਬੜੀ ਦਿੱਕਤ ਹੋਈ ਪਈ ਹੈ। ਘੱਗਰ ਦਾ ਜਿਹੜਾ ਪਾੜ ਹੈ, ਉਹ ਜਿਹੜਾ ਆਪਾਂ ਕੱਲ ਗੱਲ ਕਰ ਰਹੇ ਸੀਗੇ, ਚਾਂਦਪੁਰ ਬੰਦ ਦੇ ਵਿੱਚ ਜਿਹੜਾ ਪਾੜ ਪਿਆ ਉਹ ਪੂਰਾ ਹੋਣ ਦੀ ਬਜਾਏ ਹੋਰ ਜ਼ਿਆਦਾ ਚੌੜਾ ਹੋ ਗਿਆ, ਜਿਹਦੇ ਕਰਕੇ ਜਿਹੜਾ ਪਾਣੀ ਹੈਗਾ ਉਹ ਮਾਨਸਾ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ ਚੁੱਕਿਆ, ਮਾਨਸਾ ਜ਼ਿਲ੍ਹਿਆਂ ਦੇ ਵਿੱਚ ਉੱਥੇ ਬਹੁਤ ਖਤਰਾ ਬਣਿਆ ਹੋਇਆ, ਔਰ ਉਹ ਨਿਵਾਣ ਵਾਲੇ ਏਰੀਏ ਨੇ, ਇਸ ਕਰਕੇ ਪਾਣੀ ਨਿਕਲਣਾ ਬਹੁਤ ਔਖਾ ਹੈ। ਤੇ ਮੈਂ ਕੱਲ ਵੀ ਤੁਹਾਨੂੰ ਇਹ ਕਿਹਾ ਸੀ ਵੀ ਘੱਗਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੈ, ਉਹ ਇਸ ਕਰਕੇ ਕਿ ਪਿੱਛੋਂ ਅਸੀਂ 550 ਫੁੱਟ ਚੌੜਾ ਡੈਮ ਹੈ, ਘੱਗਰ ਨਦੀ ਹੈ, ਇੱਥੇ ਆ ਕੇ 200 ਫੁੱਟ ਹੋ ਜਾਂਦੀ ਹੈ, ਤੇ ਤੁਸੀਂ ਦੇਖੋ ਤਾਂ ਇੱਕ ਤਾਂ ਬਹੁਤ ਤੇਜ਼ ਹੋ ਜਾਂਦਾ, ਬਹਾਅ ਬੜਾ ਤੇਜ਼ ਹੋ ਜਾਂਦਾ ਹੈ, ਤੇ ਦੂਜਾ ਉਹਨੂੰ ਅੱਗੇ ਜਿਹੜਾ ਸਾਈਫਨ ਹੈ ਉਹ ਚੋਂ ਨਿਕਲਣ ਦਾ ਰਾਹ ਬਹੁਤ ਘੱਟ ਜਾਂਦਾ ਹੈ, ਕਿਉਂਕਿ ਉਹ ਸਿਲਟ ਇੰਨੀ ਜ਼ਿਆਦਾ ਇਸ ਪਾਣੀ ਦੇ ਵਿੱਚ, ਉਹਨੂੰ ਅੱਗੇ ਪਾਣੀ ਨੂੰ ਨਿਕਲਣ ਹੀ ਨਹੀਂ ਦਿੰਦੀ, ਤੇ ਜਦੋਂ ਇਹ ਪਾੜ ਪੈਂਦਾ ਫਿਰ ਕੋਈ, ਤਾਂ ਫਿਰ ਉੱਥੇ ਪਾਣੀ ਬਹੁਤ ਤੇਜ਼ੀ ਨਾਲ ਵਗਦਾ ਹੈ। ਤੇ ਇਸ ਟਾਈਮ ਵੀ ਇਸੇ ਕਰਕੇ ਕੱਲ ਜਿਹੜਾ ਕ੍ਰਿਸ਼ਨ ਕੁਮਾਰ ਜੀ ਕਹਿ ਰਹੇ ਸੀਗੇ ਕਿ ਉੱਥੇ ਬ੍ਰੀਚ ਨੂੰ ਅਸੀਂ ਪਲੱਗ ਕਰ ਲਾਂਗੇ, ਤਾਂ ਮੈਨੂੰ ਲੱਗਿਆ ਕਿ ਪੂਰਾ ਸਾਰਾ ਜ਼ੋਰ ਉੱਥੇ ਹੀ ਲੱਗਿਆ ਹੋਏਗਾ, ਔਰ ਲੱਗਿਆ ਵੀ ਹੋਏਗਾ ਨੈਚੁਰਲੀ, ਇਹ 'ਚ ਕੋਈ ਉਹ ਨਹੀਂ ਹੈ ਕਿ ਸਾਰੇ ਪਿੰਡ ਵਾਲੇ ਵੀ ਲੱਗੇ ਹੋਏ ਨੇ, ਡਿਪਾਰਟਮੈਂਟ ਵਾਲੇ ਵੀ ਬੰਦੇ ਲੱਗੇ ਨੇ, ਪਰ ਉੱਥੇ ਪਾਣੀ ਦਾ ਬਹਾਓ ਇੰਨਾ ਤੇਜ਼ ਹੈ ਕਿ ਪਾਣੀ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਕਰਕੇ ਜਿਹੜਾ ਉਹ ਪਾਣੀ ਉਹਨੂੰ ਬ੍ਰੀਚ ਕਰਨ ਦੀ ਬਜਾਏ ਹੋਰ ਚੌੜਾ ਕਰੀ ਜਾ ਰਿਹਾ, ਇਹ ਮੈਨੂੰ ਲੱਗਦਾ ਕਿ ਥੋੜਾ ਜਿਹਾ ਅਜੇ ਫਿਕਰ ਵਾਲੀ ਗੱਲ ਹੈਗੀ ਹੈ। ਜੇ ਇਹਨਾਂ ਇਲਾਕਿਆਂ ਦੇ ਵਿੱਚ ਹੀ, ਕਿਉਂਕਿ ਬਰਸਾਤ ਵੀ ਇਹਨਾਂ ਇਲਾਕਿਆਂ 'ਚ ਵੀ ਦੱਸੀ ਹੈ ਮੌਸਮ ਡਿਪਾਰਟਮੈਂਟ ਨੇ, ਤੇ ਮੈਨੂੰ ਲੱਗਦਾ ਕਿ ਜੇ ਇਹ ਹੋ ਜਾਂਦੀ ਹੈ ਹੋਰ, ਤਾਂ ਫਿਰ ਹੋਰ ਦਿੱਕਤਾਂ ਵਧਣਗੀਆਂ। ਇਹ ਥੋੜੀ ਜਿਹੀ ਚਿੰਤਾ ਵਾਲੀ ਗੱਲ ਹਜੇ ਵੀ ਪੰਜਾਬ ਲਈ ਬਣੀ ਹੋਈ ਹੈ। ਅਜੇ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਮੁਸ਼ਕਲ ਹਾਲਾਤ ਦੇ ਵਿੱਚ ਐਸੇ ਅਫਸਰ ਮੌਜੂਦ ਨੇ, ਇਹ ਉਹ ਲੋਕ ਆ ਜਿਹੜੇ ਦਿਨ ਰਾਤ ਲੱਗੇ ਹੋਏ ਆ, ਸੋਣਾ ਖਾਣਾ ਪੀਣਾ ਸਭ ਭੁਲਾਈ ਬੈਠੇ ਆ। ਇਹੋ ਜਿਹੇ ਅਫਸਰਾਂ ਨੂੰ ਬਹੁਤ ਬਿਹਤਰ ਜਗ੍ਹਾ ਦੇਣੀਆਂ ਚਾਹੀਦੀਆਂ, ਜਿਹੜੀਆਂ ਸਿੱਧੀਆਂ ਪਬਲਿਕ ਡੀਲਿੰਗ 'ਚ ਹੋਣ। ਮੈਂ ਤਾਂ ਇਹ ਸੋਚ ਰਿਹਾ ਸੀ ਆਪਾਂ ਇਹਦੇ ਤੇ ਗੱਲ ਕਰਾਂਗੇ ਵੀ ਕ੍ਰਿਸ਼ਨ ਕੁਮਾਰ ਨੂੰ ਕਿਉਂ ਨਹੀਂ ਤੁਸੀਂ 31 ਜੁਲਾਈ ਨੂੰ, ਜਦੋਂ ਇਹ ਵੇਨੂ ਪ੍ਰਸ਼ਾਦ ਰਿਟਾਇਰ ਹੋ ਰਹੇ ਆ, ਮੁੱਖ ਮੰਤਰੀ ਦਫ਼ਤਰ ਦੀ ਜ਼ਿੰਮੇਵਾਰੀ ਕਿਉਂ ਨਹੀਂ ਦਿੰਦੇ? ਤੁਸੀਂ ਫਿਰ ਦੇਖੋ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਜਿਹੜੇ ਆ, ਜੇਕਰ ਤੁਸੀਂ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਲਾਉਂਦੇ ਹੋ ਤਾਂ ਕੰਮ ਦੀ ਐਫੀਸ਼ੀਐਂਸੀ ਕਿੰਨੀ ਵੱਧ ਜਾਊਗੀ, ਫਾਈਲਾਂ ਕਿੰਨੀ ਤੇਜ਼ੀ ਨਾਲ ਤੁਰਨਗੀਆਂ, ਫੈਸਲੇ ਕਿੰਨੇ ਅਹਿਮ ਹੋਣ ਵਾਲੇ ਆ, ਨਿੱਕੀ ਤੋਂ ਨਿੱਕੀ ਗੱਲ ਦੇ ਉੱਤੇ ਉਹ ਕਾਫੀ ਮਿਹਨਤ ਕਰ ਸਕਦੇ ਆ। ਖੈਰ ਇਹਦੇ ਉੱਤੇ ਇੱਕ ਵੱਖਰੇ ਐਪੀਸੋਡ 'ਚ ਗੱਲ ਕਰਾਂਗੇ ਕਿ ਕ੍ਰਿਸ਼ਨ ਕੁਮਾਰ ਵਰਗੇ ਕਿੰਨੇ ਅਫਸਰ ਪੰਜਾਬ ਦੇ ਵਿੱਚ ਹੋਰ ਨੇ, ਉਹਨਾਂ ਸਾਰਿਆਂ ਦਾ ਜ਼ਿਕਰ ਕਰਾਂਗੇ। ਜੀ ਭਾਸਕਰ ਸਾਹਿਬ, ਗੱਲ ਰੰਧਾਵਾ ਜੀ ਜਦ ਫਲੱਡ ਦੀ ਕਰੀਏ, ਇੱਕ ਪਾਸੇ ਤੇ ਆਪਾਂ ਕ੍ਰਿਸ਼ਨ ਕੁਮਾਰ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਡਾਂਗ ਲੈ ਕੇ ਬੈਠੇ ਹੋਏ ਨੇ, ਉਹ ਜਿਹੜੇ BBMB ਵੱਲ ਜੇ ਪਾਣੀ ਛੱਡਿਆ ਤੇ ਸਾਡੀ ਹਾਲਤ ਖਰਾਬ ਹੋਏਗੀ, ਔਰ ਪਾਣੀ ਰੋਕ ਕੇ ਬੈਠੇ ਹੋਏ ਨੇ। ਦੂਜੇ ਪਾਸੇ ਸਾਡੇ ਪੋਲੀਟੀਸ਼ੀਅਨਸ ਹੜ੍ਹ ਦੇ ਵਿੱਚ ਇੰਨੀ ਕੁ ਸੇਵਾ ਕਰ ਰਹੇ ਨੇ ਕਿ ਉਹ ਤੁਸੀਂ ਫੇਸਬੁੱਕ ਦੇ ਵਿੱਚ ਕਿਸੇ ਦਾ ਵੀ ਪੇਜ ਦੇਖ ਲਓ, ਪਾਣੀ ਦੀ ਬੋਤਲਾਂ ਸਿਰ ਤੇ ਚੱਕ ਕੇ, ਰੇਤ ਦੀ ਬੋਰੀਆਂ ਮੋਢੇ ਤੇ ਚੱਕ ਕੇ, ਸਾਰਿਆਂ ਦੀ ਫੋਟੋ ਹੈਗੀ ਔਰ ਛੋਟੇ ਛੋਟੇ ਬੱਚੇ ਬਚਾ ਕੇ ਲੈ ਕੇ ਆ ਰਹੇ ਨੇ। ਏਦਾਂ ਲੱਗਦਾ ਹੈ ਕਿ ਇਹ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਆਪਾਤਕਾਲੀਨ ਸਥਿਤੀ ਦੇ ਵਿੱਚ, ਇਹ ਸਭ ਤੋਂ ਕਾਮਯਾਬ ਬੰਦੇ ਨੇ। ਔਰ ਪੰਜਾਬ ਦੇ ਵਿੱਚ ਤੇ ਏਦਾਂ ਲੱਗਦਾ ਹੈ ਕਿ ਲੇਬਰ ਖਤਮ ਹੀ ਹੋ ਗਈ ਹੈ। ਜਿਹੜਾ ਕੰਮ ਲੇਬਰ ਨੂੰ ਕਰਨਾ ਚਾਹੀਦਾ ਸੀਗਾ ਉਹ ਆਪ ਕਰ ਰਹੇ ਨੇ। ਇਹਨਾਂ ਨੂੰ ਇਨਸਪੈਕਸ਼ਨ ਕਰਨੀ ਚਾਹੀਦੀ, ਕੋਈ ਵੱਡੀ ਗੱਲ ਨਹੀਂ। ਜਿਹੜਾ ਫਲੱਡ ਦੇ ਵਿੱਚ ਝੋਨਾ ਖਰਾਬ ਹੋਇਆ ਨਾ, ਜਿਹਦੇ ਕਰਕੇ ਉਹਨਾਂ ਦੀ ਲੇਬਰ ਕੋਸਟ ਪਾਣੀ ਦੇ ਵਿੱਚ ਬਹਿ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਹੋਣਾ, ਸੁਨੀਲ ਜਾਖੜ ਹੋਣਾ, ਬਾਜਵਾ ਹੋਣਾ ਝੋਨਾ ਲਾਉਂਦੇ ਹੋਏ ਦੇਖੇ ਜਾਣ, ਕਿਉਂਕਿ ਉਹਨਾਂ ਨੂੰ ਝੋਨਾ ਲਾ ਕੇ ਸੇਵਾ ਕਰਨ ਵਾਲੀ ਗੱਲ ਹੈ, ਕਿਉਂਕਿ ਸੇਵਾ ਭਾਵਨਾ ਉਹਨਾਂ ਦੇ ਵਿੱਚ ਆ ਹੀ ਗਈ ਹੈ।
ਹੁਣ ਗੱਲ ਕਰੀਏ ਉਹ ਜਿਹੜੇ ਲਾਲਜੀਤ ਭੁੱਲਰ, ਗੁਰਮੀਤ ਸਿੰਘ ਚੌਹਾਨ ਐਸਐਸਪੀ, ਦੋਨੋਂ ਵੋਟ ਦੇ ਵਿੱਚ ਸਵਾਰ ਹੁੰਦੇ ਨੇ, ਗਨਮੈਨ ਨਾਲ ਹੁੰਦੇ ਨੇ, ਉਹ ਜਾਂਦੇ ਨੇ ਲੋਕਾਂ ਨੂੰ ਬਚਾਉਣ। ਜੇ ਤੁਸੀਂ 4 ਬੰਦੇ ਆਪਣੇ ਹਟਾ ਲਓ ਤੇ 8 ਬੰਦੇ ਬਚਾਏ ਜਾ ਸਕਦੇ, ਤੁਸੀਂ 2 ਬੰਦੇ ਬਚਾਉਣ ਵਾਸਤੇ 6 ਬੰਦੇ ਜਾ ਰਹੇ ਹੋ। ਏਦਾਂ ਦੀ ਸਥਿਤੀ ਦੇ ਵਿੱਚ ਹੁਣ ਕਰੀਏ ਕਿ ਜਿਹਦੀ ਫੋਟੋ ਨਹੀਂ ਆਉਂਦੀ ਉਹਦੇ ਉੱਤੇ ਬਾਜਵਾ ਸਾਹਿਬ ਟਵੀਟ ਛੱਡ ਦਿੰਦੇ ਨੇ ਕਿ ਭੱਜੀ ਕਿੱਥੇ ਹੈ। ਨਾ ਭੱਜੀ ਦੀ ਕੋਈ ਫੋਟੋ ਬੋਰੀ ਚੱਕੇ ਆਈ, ਨਾ ਬੋਤਲਾਂ ਸਿਰ ਤੇ ਰੱਖ ਕੇ ਆਈ, ਤੇ ਫਿਰ ਭੱਜੀ ਫਲੱਡ ਦੇ ਟਾਈਮ ਵਿੱਚ ਕਿੱਥੇ ਹੈ। ਹੁਣ ਭੱਜੀ ਯੂਰਪ ਦੇ ਵਿੱਚ ਫੋਟੋ ਸ਼ੂਟ ਕਰ ਰਿਹਾ ਹੈ, ਬਾਜਵਾ ਸਾਹਿਬ ਨੂੰ ਪਤਾ ਹੈ, ਅਸੀਂ ਜਲੰਧਰ ਰਹਿੰਦੇ ਸਾਨੂੰ ਨਹੀਂ ਪਤਾ। ਭੱਜੀ ਨੇ ਕਰੋਨਾ ਦੇ ਟਾਈਮ ਵਿੱਚ, ਭਾਵੇਂ ਉਹ ਮੁੰਬਈ ਰਹਿ ਰਿਹਾ ਸੀਗਾ, ਉਹਨੇ ਸੇਵਾ ਕੀਤੀ ਸੀ, ਉਹਨੇ ਰਾਸ਼ਨ ਗਰੀਬਾਂ ਨੂੰ ਵੰਡਿਆ ਸੀਗਾ। ਪਰ ਹੁਣ ਅਸ਼ੋਕ ਮਿੱਤਲ ਉਹਨਾਂ ਦੀ ਗੱਲ ਨਹੀਂ ਕੀਤੀ। ਐਲਪੀਯੂ ਦੇ ਜਿਹੜੇ ਚਾਂਸਲਰ ਨੇ ਬਾਜਵਾ ਸਾਹਿਬ ਨੇ, ਉਹਨਾਂ ਦੀ ਫੋਟੋ ਬਾਜਵਾ ਸਾਹਿਬ ਨੇ ਦੇਖ ਲਈ ਕਿਤੇ ਸਿਰ ਤੇ ਬੋਰੀ ਚੱਕੇ ਹੋਏ ਜਾਂ ਫਿਰ ਬੋਤਲਾਂ ਚੱਕੇ ਹੋਏ। ਹੁਣ ਇਹ ਸਾਰੀ ਗੱਲਾਂ ਦੇ ਵਿੱਚ ਫਲੱਡ ਜਿਹੜਾ ਏਰੀਆ ਹੈਗਾ ਉਹ ਸੈਲਫੀ ਪੁਆਇੰਟ ਬਣ ਕੇ ਰਹਿ ਗਿਆ। ਲੀਡਰ ਜਾਂਦੇ ਨੇ, ਫੋਟੋ ਖਿਚਾਉਂਦੇ ਨੇ, ਔਰ ਭਗਵੰਤ ਮਾਨ ਉਹਨਾਂ ਦੀ ਵੀ ਇੱਕ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਕਦੀ ਕ੍ਰੇਨ ਦੇ ਕੋਲ ਜਾਂਦੇ ਨੇ, ਜੇਸੀਬੀ ਦੇ ਮਸ਼ੀਨ ਦੇ ਕੋਲ ਜਾਂਦੇ ਨੇ, ਗੋਡੇ ਗੋਡੇ ਪਾਣੀ ਹੈਗਾ, ਫਿਰ ਨਾਅਰੇਬਾਜ਼ੀ ਹੁੰਦੀ ਹੈ। ਇਹ ਸਾਰੀ ਪੋਲੀਟੀਕਲ ਪਾਰਟੀਆਂ ਫਲੱਡ ਦੀ ਸਿਚੁਏਸ਼ਨ ਨੂੰ ਪੋਲੀਟੀਕਲੀ ਐਨਕੈਸ਼ ਕਰਨ ਦੇ ਵਿੱਚ ਲੱਗੀ ਹੋਈ ਹੈ, ਔਰ ਕੰਮ ਜਿੰਨਾ ਕੁ ਹੋ ਰਿਹਾ ਹੈ ਉਹ ਅਫਸਰਾਂ ਨੇ ਔਰ ਉੱਥੇ ਲੱਗੇ ਹੋਏ ਮੁਲਾਜ਼ਮਾਂ ਨੇ ਕਰਨਾ ਹੈ, ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਔਰ ਜਿਹੜੀ ਵੋਟ ਡੋਲੀ ਹੈ ਭਗਵੰਤ ਮਾਨ ਉਹਨਾਂ ਦੀ, ਉਹ ਇਸ ਕਰਕੇ ਡੋਲੀ ਹੈ ਕਿ ਬੰਦੇ ਜ਼ਿਆਦਾ, ਸੀਚੇਵਾਲ ਸਾਹਿਬ ਨੇ ਆਪਣੇ 5-7 ਬੰਦੇ ਤੇ ਆਪਣੇ ਚੜਾ ਲਏ ਉਹਦੇ 'ਚ, ਜੇ ਉਹ ਅਵਾਇਡ ਕੀਤੇ ਜਾ ਸਕਦੇ ਸੀ ਨਾ। ਹੁਣ ਸਿਕਿਉਰਿਟੀ ਵਾਲਿਆਂ ਨੂੰ ਪਰੇਸ਼ਾਨੀ ਕਿਉਂ ਨਾ ਹੋਏ ਕਿ ਸਾਡਾ ਮੁੱਖ ਮੰਤਰੀ ਜੇ ਫਲੱਡ ਦੇ ਵਿੱਚ ਡੁੱਬ ਜਾਏ ਜਾਂ ਗਿਰ ਜਾਏ ਤੇ ਸਿਚੁਏਸ਼ਨ ਕਿੰਨੀ ਖਰਾਬ ਹੁੰਦੀ ਹੈ। ਇਹਨਾਂ ਸਾਰੀ ਸਿਚੁਏਸ਼ਨਾਂ ਤੋਂ ਬਚਣਾ ਚਾਹੀਦਾ ਹੈ, ਔਰ ਜਿਨ੍ਹਾਂ ਦਾ ਕੰਮ ਹੈਗਾ ਉਹਨਾਂ ਨੂੰ ਫਲੱਡ ਦੀ ਅਫੈਕਟਡ ਏਰੀਆ ਦੇ ਵਿੱਚ ਕੰਮ ਕਰਨ ਦਾ, ਉਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ। ਵੈਸੇ ਇਹ ਸਾਰੀ ਗੱਲਬਾਤ ਤੋਂ ਇਹ ਸਮੈਲ ਆ ਰਹੀ ਆ ਕਿ ਤੁਹਾਡੀ ਭੱਜੀ ਨਾਲ ਚੰਗੀ ਦੋਸਤੀ ਆ, ਤੇ ਚਾਂਸਲਰ ਲਵਲੀ ਯੂਨੀਵਰਸਿਟੀ ਵਾਲੇ ਉਹਨਾਂ ਨਾਲ ਕੋਈ ਬਹੁਤੀ ਬਣਦੀ ਨਹੀਂ, ਇਹ ਸਾਫ਼ ਦਿਸ ਰਿਹਾ। ਪਰ ਮੈਂ ਇੱਕ ਗੱਲ ਕਰਨੀ ਚਾਹੂੰਗਾ, ਉਹ ਲੋਕ ਕਹਿੰਦੇ ਕਿ ਬਾਬਾ ਸੀਚੇਵਾਲ ਮੋਢੇ ਤੇ ਬੋਰੀ ਰੱਖ ਰੱਖ ਕੇ ਵੇਖੋ ਸੁੱਟ ਰਹੇ, ਕਦੇ ਦੇਖਿਆ ਜਿਹੋ ਜਿਹਾ ਰਾਜ ਸਭਾ ਮੈਂਬਰ? ਉਹ ਭੁੱਲਿਓ ਮਾਨਸੋ, ਇਸੇ ਕੰਮ ਕਰਕੇ ਤੇ ਰਾਜ ਸਭਾ 'ਚ ਚਲੇ ਗਏ, ਇਸੇ ਕਰਕੇ ਤਾਂ ਉਹ ਰਾਜ ਸਭਾ 'ਚ ਚਲੇ ਗਏ। ਬਾਬੇ ਸੀਚੇਵਾਲ ਨੂੰ ਪਤਾ ਹੈ ਕਿ ਇਹ ਗਲੈਮਰ ਦੀ ਦੁਨੀਆ ਤੇ ਇਹਦੇ ਵਿੱਚ ਕਿਵੇਂ ਆਪਣੇ ਆਪ ਨੂੰ ਪੇਸ਼ ਕੀਤਾ ਜਾਣਾ। ਉਹਨਾਂ ਨੇ ਕੰਮ ਬਹੁਤ ਕੀਤਾ, ਬਾਬੇ ਸੀਚੇਵਾਲ ਨੇ ਕੰਮ ਬਹੁਤ ਕੀਤਾ ਆਪਣੇ ਏਰੀਏ 'ਚ। ਉਹਨਾਂ ਨੇ ਉਹ ਬਈ ਔਰ ਉਹ ਏਰੀਆ ਬੜਾ ਸਾਫ਼ ਸੁਥਰਾ ਬਣਾ ਦਿੱਤਾ। ਪਰ ਇਸ ਗੱਲ ਨਾਲ ਦੋ ਰਾਏ ਨਹੀਂ ਬਣਦੀਆਂ ਕਿ ਇੱਕ ਰਾਜ ਸਭਾ ਮੈਂਬਰ ਹੋਰ ਬਿਹਤਰ ਵੀ ਕਰ ਸਕਦਾ ਹੈ, ਉਹਦੇ ਲਈ ਉਹਨਾਂ ਨੂੰ ਪਲੈਨਿੰਗ ਜ਼ਰੂਰ ਕਰਨੀ ਚਾਹੀਦੀ ਹੈ। ਪਰ ਖੈਰ, ਤੁਹਾਡੀ ਗੱਲ ਠੀਕ ਹੈ ਕਿ ਅੱਜ ਕੱਲ ਫੋਟੋ ਦਾ ਜ਼ਮਾਨਾ ਹੈ ਤੇ ਆਪਾਂ ਵੀ ਤਾਂ ਫੋਟੋ 'ਚ ਹੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।